ਡੈਥ ਹੋ ਗਈ ਹੈ ਜੀ ਬੱਚੇ ਦੀ, ਇਹਨਾਂ ਦੀ ਬੋਡੀ ਅਸੀਂ ਇੰਡੀਆ ਲਿਆਉਣੀ ਚਾਹੁੰਦੇ ਹਾਂ ਤੇ ਸਾਡੀ ਹੈਲਪ ਕੀਤੀ ਹੈ, ਫਿਰ ਉਹ ਹੈਲਪ ਕਰ ਦਿੰਦੇ ਨੇ ਜੀ। ਲੋਕ ਇਹੋ ਜਿਹੇ ਫੰਡ ਰੇਜ਼ ਹੋਏ ਨੇ ਕਿ ਪੈਸੇ ਪ੍ਰੋਪਰ ਹੱਥਾਂ ਦੇ ਵਿੱਚ ਨਹੀਂ ਗਏ। ਉਹ ਅਸੀਂ ਪਹਿਲਾਂ ਦੱਸਦੇ ਵੀ ਹੁਣ ਇੰਡੀਆ ਆਉਣ ਵਾਲੀ ਨਹੀਂ ਹੈ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਤਰਨਜੀਤ ਘੁੰਮਣ, ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਅੱਜ ਦਾ ਪ੍ਰੋਗਰਾਮ ਲਾਈਵ ਪ੍ਰੋਗਰਾਮ ਹੈ। ਅੱਜ ਅਸੀਂ ਗੱਲਬਾਤ ਕਰਨ ਲੱਗੇ ਹਾਂ, ਕਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਤਾਂ ਵੱਖਰੇ ਤਰੀਕੇ ਨਾਲ ਸੋਚਣ ਲਈ ਮਜਬੂਰ ਕਰ ਹੀ ਦਿੱਤਾ, ਪਰ ਇਸ ਨੇ ਸਾਡੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਬਦਲਾਅ ਲੈ ਕੇ ਆਉਂਦੇ ਨੇ। ਜਨਮ ਦੀ ਗੱਲ ਤਾਂ ਦੂਰ, ਅੱਜ ਕੱਲ੍ਹ ਅਸੀਂ ਗੱਲ ਕਰੀਏ ਤਾਂ ਮਰਨ ਦੇ ਵਿੱਚ ਵੀ ਤੌਰ ਤਰੀਕਿਆਂ 'ਚ ਬਹੁਤ ਜ਼ਿਆਦਾ ਡਿਫਰੈਂਸ ਆ ਚੁੱਕਿਆ ਹੈ। ਆਪਣੇ ਜਿਹੜੇ ਰਿਸ਼ਤੇਦਾਰ ਹਮੇਸ਼ਾ ਨਾਲ ਹੋਣ ਦਾ ਦਮ ਭਰਦੇ ਸੀ, ਆਖਰੀ ਸਮੇਂ ਵਿੱਚ ਉਹ ਵੀ ਨੇੜੇ ਲੱਗਦੇ ਨਹੀਂ ਦਿਖਾਈ ਦਿੱਤੇ। ਸੋ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਨੇ ਕਰੋਨਾ ਵਾਇਰਸ ਦੇ ਦੌਰਾਨ, ਤੇ ਨਾਲ ਦੀ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਫਿਊਨਰਲ ਨੂੰ ਲੈ ਕੇ ਵੀ ਕੀ ਕੋਈ ਤਬਦੀਲੀਆਂ ਹੋਈਆਂ ਨੇ। ਕਰੋਨਾ ਵਾਇਰਸ ਨੇ ਫਿਊਨਰਲ ਦੇ ਢੰਗਾਂ ਨੂੰ ਕਿੰਨਾ ਕੁ ਬਦਲਿਆ, ਖਾਸ ਤੌਰ ਤੇ ਕੈਨੇਡਾ ਵਿੱਚ ਜਿਸ ਤਰੀਕੇ ਨਾਲ ਲੋਕਡਾਊਨ ਹੋਇਆ, ਤਾਂ ਓਨਟਾਰੀਓ ਪ੍ਰੋਵਿੰਸ ਦੀ ਗੱਲ ਕਰੀਏ, ਹੁਣ ਫਸਟ ਸਟੇਜ ਓਪਨਿੰਗ ਹੋ ਚੁੱਕੀ ਆ, ਤਾਂ ਫਿਊਨਰਲ ਦੇ ਢੰਗਾਂ ਵਿੱਚ ਕੀ ਨਵੀਆਂ ਇਸ ਵਕਤ ਚੇਂਜਿਸ ਆਈਆਂ ਨੇ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਡੈਡ ਬੋਡੀਜ਼ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਤੇ ਪਿੱਛੇ ਪਰਿਵਾਰ ਡੈਡ ਬੋਡੀਜ਼ ਦੀ ਵੇਟ ਕਰਦੀਆਂ ਨੇ। ਸੋ ਕਿਵੇਂ ਡੈਡ ਬੋਡੀਜ਼ ਕੈਨੇਡਾ ਤੋਂ ਇੰਡੀਆ ਭੇਜੀਆਂ ਜਾ ਸਕਦੀਆਂ ਨੇ, ਸਰਕਾਰਾਂ ਦਾ ਕੀ ਸਹਿਯੋਗ ਹੈ। ਸੋ ਅਜਿਹੇ ਕਈ ਮੁੱਦਿਆਂ ਉੱਤੇ ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਪ੍ਰੈਜ਼ੀਡੈਂਟ ਮਿਸਟਰ ਇੰਦਰਜੀਤ ਸਿੰਘ ਵਾਲ। ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ। ਕੀ ਹਾਲ ਚਾਲ ਹੈ ਸਰ? ਕਰਦੀ ਕਲਾਸ ਸਰ, ਆਪਾਂ ਅੱਗੇ ਵੀ ਕਈ ਵਾਰੀ ਪ੍ਰੋਗਰਾਮ ਕੀਤਾ, ਆਪਾਂ ਬਰੈਂਪਟਨ ਕ੍ਰੀਮੇਟੋਰੀਅਮ ਦੀਆਂ ਸੇਵਾਵਾਂ ਬਾਰੇ ਅਕਸਰ ਗੱਲਬਾਤ ਕੀਤੀ ਆ। ਸੋ ਪੈਂਡੈਮਿਕ ਨੇ ਬਹੁਤ ਕੁਝ ਬਦਲਤਾ, ਸਾਡੀ ਨਾ ਸਿਰਫ ਜੀਵਨ ਸ਼ੈਲੀ ਨੂੰ ਬਦਲਿਆ ਬਲਕਿ ਫਿਊਨਰਲ ਦੇ ਢੰਗਾਂ ਨੂੰ ਵੀ ਬਦਲਤਾ। ਅੱਗੇ ਹੁੰਦਾ ਸੀ, ਕਹਿੰਦੇ ਸੀ ਆਖਰੀ ਘੜੀ ਆ ਤਾਂ ਹਰ ਕੋਈ ਦਰਸ਼ਨ ਜ਼ਰੂਰ ਕਰ ਲਵੇ, ਪਰ ਇਸ ਵਕਤ ਕਰੋਨਾ ਨੇ ਸਭ ਨੂੰ ਬਹੁਤ ਦੂਰ ਦੂਰ ਕਰ ਦਿੱਤਾ। ਫਿਊਨਰਲ ਦੇ ਢੰਗਾਂ 'ਚ ਕਰੋਨਾ ਵਾਇਰਸ ਦੌਰਾਨ ਕੀ changes ਆਏ ਨੇ? ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਇਹ ਕਰੋਨਾ ਵਾਇਰਸ ਦੀ ਪੈਂਡੈਮਿਕ ਦੀ ਜਿਹਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਤਕਰੀਬਨ ਫਰਵਰੀ ਤੋਂ ਇਹ ਗੱਲ ਸ਼ੁਰੂ ਹੋ ਗਈ ਸੀ ਤੇ ਮਾਰਚ ਤੋਂ ਲਾਕਡਾਊਨ ਸ਼ੁਰੂ ਹੋ ਗਿਆ। ਇਹਦੇ ਵਿੱਚ ਮਨੁੱਖ ਦੀ ਸਾਰੀ ਜ਼ਿੰਦਗੀ ਬਦਲ ਗਈ ਔਰ ਵਰਲਡ ਵਾਈਡ ਐਡੀਆਂ ਵੱਡੀਆਂ ਤਬਦੀਲੀਆਂ ਆ ਗਈਆਂ ਜਾਂ ਆਉਣ ਵਾਲੇ ਸਮੇਂ 'ਚ ਆਉਣਗੀਆਂ, ਜਿਹੜੀਆਂ ਅਸੀਂ ਕਦੀ ਕਿਆਸੀਆਂ ਵੀ ਨਹੀਂ ਸੀ ਕਿ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਵੀ ਹੋ ਜਾਏਗਾ। ਇੱਕ ਕੁਦਰਤ ਕੀ ਕਰ ਸਕਦੀ ਹੈ, ਇੱਕ ਇਹੋ ਜਿਹਾ ਵਾਇਰਸ ਹੈ ਜਿਸ ਨੂੰ ਤੁਸੀਂ ਦੂਰਬੀਨ ਦੇ ਨਾਲ ਵੀ ਨਹੀਂ ਦੇਖ ਸਕਦੇ, ਅੱਖ ਨਾਲ ਕੀ ਦੇਖਦੇ, ਉਹਨੇ ਸਾਰੀ ਦੁਨੀਆ ਸਟਾਲ ਕਰ whether it was a human life ਔਰ ਇੰਟਰਨੈਸ਼ਨਲ ਇਕੋਨਮੀ ਔਰ ਏਅਰਲਾਈਨਸ ਜਾਂ ਸਾਡੀ ਜਿਹੜੀ ਸੋਸ਼ਲ ਰਿਲੇਸ਼ਨਸ਼ਿਪ ਹੈਗੀ ਆ ਜਾਂ ਸਾਡੀ ਮੈਂਟਲ ਹੈਲਥ ਆ, ਹਰ ਚੀਜ਼ 'ਤੇ ਉਹਨਾਂ 'ਤੇ ਅਸਰ ਪਾਇਆ। ਉਹਦੇ ਵਿੱਚ ਜਦੋਂ ਆਪਾਂ ਫਿਊਨਰਲਸ ਦੀ ਗੱਲ ਕਰਦੇ ਹਾਂ, ਤੁਸੀਂ ਬੜੀ ਵਧੀਆ ਗੱਲ ਕਹੀ ਹੈ। ਮੇਰਾ ਖਿਆਲ ਤੁਹਾਡੇ ਜ਼ਿਹਨ ਦੇ ਵਿੱਚ ਹਿੰਦੁਸਤਾਨ 'ਚ ਜੋ ਕੁਛ ਆਪਾਂ ਪਿਛਲੇ ਸਾਲ ਦੇਖਿਆ ਕਿ ਕਈ ਪਰਿਵਾਰਾਂ ਨੇ ਆਪਣੇ ਪਿਆਰਿਆਂ ਦੀਆਂ ਬੋਡੀਜ਼ ਵੀ ਜਾ ਕੇ ਕਲੇਮ ਨਹੀਂ ਕੀਤੀਆਂ, ਸਰਕਾਰ ਨੂੰ ਉਹਨਾਂ ਦੇ ਜਾ ਕੇ ਸੰਸਕਾਰ ਕਰਨੇ ਪਏ। ਇੱਥੇ ਸਾਡੀ ਨਜ਼ਰ ਦੇ ਵਿੱਚ ਅਜਿਹਾ ਕੁਝ ਨਹੀਂ ਵਾਪਰਿਆ, ਕਿਉਂਕਿ ਇਹ ਜਿਹੜੇ ਇੱਥੇ ਸਾਡੇ ਫਿਊਨਰਲ ਹੋਮਸ ਨੇ ਜਾਂ ਕ੍ਰੀਮੇਟੋਰੀਅਮ ਨੇ ਜਾਂ ਵਿਜ਼ੀਟੇਸ਼ਨ ਸੈਂਟਰ ਨੇ, ਇਹ ਜਿਹੜੀਆਂ ਰੈਗੂਲੇਟਰੀ ਬੋਡੀਜ਼ ਨੇ ਨਾ ਸਰਕਾਰ ਦੀਆਂ, ਉਹਦੇ ਥੱਲੇ ਲਾਇਸੈਂਸ ਦੇ ਥੱਲੇ ਆਪਰੇਟ ਹੁੰਦੇ ਨੇ। ਆਪਣੇ ਪਿੰਡ ਵਾਂਗ ਨਹੀਂ ਵੀ ਤੁਸੀਂ ਇੱਕ ਨਾਲ ਜਗ੍ਹਾ ਛੱਡ ਲਓ, ਪਿੰਡ ਦੀ ਸਾਂਝੀ ਜਗ੍ਹਾ ਜਿਵੇਂ ਕੋਈ ਮੜੀਆਂ ਕਹਿ ਲੈਂਦਾ ਹੈ, ਸ਼ਮਸ਼ਾਨ ਘਾਟ ਕਹਿ ਲੈਂਦਾ ਹੈ, ਉਸ ਵਿੱਚ ਬਣਾ ਲਓ ਔਰ ਉੱਥੇ ਜਿਸੇ ਕਿਸੇ ਪ੍ਰਾਣੀ ਦੀ ਚੜ੍ਹਾਈ ਕਰ ਜਾਂਦਾ ਤੇ ਉੱਥੇ ਜਾ ਕੇ ਤੁਸੀਂ ਈਵਨ ਤੁਹਾਨੂੰ ਡੈਥ ਰਜਿਸਟਰਡ ਵੀ ਉਸ 'ਤੇ ਨਹੀਂ ਕਰਾਉਣੀ ਪੈਂਦੀ, ਉਹ ਸੰਸਕਾਰ ਕਰ ਸਕਦੇ ਹੋ। ਪਰ ਇੱਥੇ ਇੱਕ ਲੰਬਾ ਚੌੜਾ ਪ੍ਰੋਸੀਜਰ ਹੈ, ਹਰ ਚੀਜ਼ ਜਿਹੜੀ ਕਾਨੂੰਨ ਦੇ ਦਾਇਰੇ ਦੇ ਵਿੱਚ ਹੈ। ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ, ਘਰ 'ਚ ਹੋਵੇ ਜਾਂ ਹਸਪਤਾਲ ਦੇ ਵਿੱਚ ਹੋਵੇ, ਜਦੋਂ ਸਾਡੇ ਕੋਲ ਬੋਡੀ ਆ ਜਾਂਦੀ ਹੈ, ਫਿਰ ਸਾਨੂੰ ਉਸ ਪ੍ਰਾਣੀ ਦੀ ਡੈਥ ਉਸ ਸਿਟੀ ਹਾਲ ਦੇ ਵਿੱਚ ਜਾ ਕੇ ਰਜਿਸਟਰਡ ਕਰਾਉਣੀ ਪੈਂਦੀ ਹੈ, ਜਿਸ ਅੰਡਰ ਜਿੱਥੇ ਜੇ ਬਰੈਂਪਟਨ ਦੇ ਵਿੱਚ ਅਸੀਂ ਆਪਾਂ ਆਪਰੇਟ ਕਰ ਰਹੇ ਹਾਂ ਕ੍ਰੀਮੇਟੋਰੀਅਮ, ਸਾਨੂੰ ਬਰੈਂਪਟਨ ਸਿਟੀ ਹਾਲ ਜਾਣਾ ਪਏਗਾ, ਟੋਰਾਂਟੋ ਵਾਲਿਆਂ ਨੂੰ ਟੋਰਾਂਟੋ ਜਾਣਾ ਪਏਗਾ। ਡੈਥ ਪਹਿਲਾਂ ਰਜਿਸਟਰਡ ਤੁਸੀਂ ਕਰਾਓਗੇ, ਉਹ ਤੁਹਾਨੂੰ ਇੱਕ ਬੈਰੀਅਲ ਪਰਮਿਟ ਕਹਿੰਦੇ ਨੇ, ਕ੍ਰੀਮੇਸ਼ਨ ਸਰਟੀਫਿਕੇਟ ਕਹਿ ਲਓ, ਪੁਰਾਣੀ ਜਿਹੜੀ ਗ੍ਰੈਂਡ ਕਲਾਸ ਆ ਉਸਨੂੰ ਬੈਰੀਅਲ ਪਰਮਿਟ ਕਿਉਂਕਿ ਦਫਨਾਉਂਦੇ ਸੀ, ਉਹ ਲਿਆ ਕੇ ਅਸੀਂ ਆਪਰੇਟਰ ਨੂੰ ਦੇਵਾਂਗੇ ਤਾਂ ਕ੍ਰੀਮੇਸ਼ਨ ਹੋਣੀ। ਵੈਸੇ ਕ੍ਰੀਮੇਸ਼ਨ ਨਹੀਂ ਕਰ ਸਕਦਾ, ਉਹ ਬਟਨ ਨਹੀਂ ਦੱਬ ਸਕਦਾ। ਉਹ ਸਿਟੀ ਹਾਲ 'ਚ ਪਹਿਲਾਂ ਡੈਥ ਰਜਿਸਟਰਡ ਹੋਣੀ ਚਾਹੀਦੀ ਹੈ। ਸਾਡੇ ਉੱਥੇ ਅਜਿਹਾ ਨਹੀਂ। ਇੱਥੇ ਦੇਖੋ ਆਪਣਾ ਇੱਕ ਕਲਚਰ ਹੈ, ਉਹ ਸਾਡਾ ਧਾਰਮਿਕ ਤੌਰ 'ਤੇ ਵੀ ਹੈ, ਸਾਡਾ ਸੋਸ਼ਲ ਕਲਚਰ ਵੀ ਹੈ, ਪੰਜਾਬ ਦਾ ਵੀ ਕਲਚਰ ਹੈ। ਉਹ ਕਹਿੰਦੇ ਨੇ ਕਿ ਯੂ ਮੇ ਮਿਸ ਦਾ ਵੈਡਿੰਗ ਬਟ ਨਾਟ ਦਾ ਫਿਊਨਰਲ।
ਕਿ ਅਗਲੇ ਦੇ ਦੁੱਖ ਦੇ ਵਿੱਚ ਜ਼ਰੂਰ ਜਾ ਕੇ ਸ਼ਰੀਕ ਹੋਵੋ। ਤੁਹਾਡੀ ਬੇਸ਼ੱਕ ਖੁਸ਼ੀ 'ਚ ਤੁਸੀਂ ਨਾ ਵੀ ਜਾਓ ਤੇ ਉਹਨਾਂ ਨੂੰ ਨਹੀਂ ਯਾਦ ਰਹੇਗਾ। ਸਾਡਾ ਵੀ ਇਸੇ ਤਰ੍ਹਾਂ ਇੱਕ ਬੜਾ ਕਲੋਜ਼ ਨੈਟ ਭਾਈਚਾਰਾ ਹੈ ਸਾਡਾ ਬਰੈਂਪਟਨ ਦੇ ਵਿੱਚ, ਟੋਰਾਂਟੋ ਦੇ ਵਿੱਚ। ਔਰ ਉਹ ਬਹੁਤ ਸਾਰੇ ਲੋਕ ਫਿਊਨਲ ਤੇ ਜਾਂਦੇ ਸਨ। ਕਈ ਵਾਰੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਾਂਦੇ ਸਨ। ਉਹ ਜਦੋਂ ਇੱਕਦਮ ਉਹਨਾਂ ਨੇ ਉਹ ਬੰਦ ਕਰ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ 10 ਆ ਸਕਦੇ ਹੋ। ਇਹ ਪਿਛਲੇ ਮਾਰਚ ਦੀ ਮੈਂ ਗੱਲ ਕਰਦਾ, ਮਾਰਚ ਐਂਡ ਅਪ੍ਰੈਲ ਦੀ ਗੱਲ ਕਰਦਾ। ਸਿਰਫ 10 ਆ ਸਕਦੇ ਹੋ। ਤੇ 10 ਦੇ ਵਿੱਚ ਹੁਣ ਸਾਡੀਆਂ ਤੇ ਯੂਨਾਈਟਿਡ ਤੇ ਵੱਡੀਆਂ ਫੈਮਲੀਜ਼ ਨੇ, ਬੜੀ ਵੱਡੀ ਪ੍ਰੋਬਲਮ ਜੀ, ਕਿਹੜੇ 10? ਔਰ ਉਹਨਾਂ ਦਿਨਾਂ ਦੇ ਵਿੱਚ ਅਪ੍ਰੈਲ, ਮਈ, ਜੂਨ, ਪਿਛਲੇ ਸਾਲ ਜੁਲਾਈ ਤੱਕ ਉਹਨਾਂ ਨੇ ਕਿਹਾ ਸੀ ਕੋਈ ਜਾ ਕੇ ਅੰਦਰ ਬਟਨ ਵੀ ਦੱਬ ਨਹੀਂ ਸਕਦਾ। ਉਹ ਵੀ ਜਿਹੜੇ ਸਾਡੇ ਮਸ਼ੀਨ ਆਪਰੇਟਰ ਪਿੱਛੇ ਉਹ ਕੰਮ ਕਰਦੇ ਨੇ, ਵਰਕਰ ਨੇ, ਉਹੀ ਦਬਣਗੇ। ਸਿਰਫ ਤੁਸੀਂ ਕੈਸਕਟ ਜਿਹਦੇ ਵਿੱਚ ਬੋਡੀ ਹੈ ਤੁਸੀਂ ਡਿਲੀਵਰ ਕਰ ਦੇਣਾ। ਔਰ ਬੜੀ ਉਹ ਪਰੇਸ਼ਾਨੀ ਵਾਲੀ ਗੱਲ ਸੀ। ਪਰ ਸਾਡੇ ਸਟਾਫ ਨੂੰ, ਸਾਡੇ ਜਿਹੜੀ ਮੈਨੇਜਮੈਂਟ ਟੀਮ ਹੈ, ਉਹ ਅਕੋਰਡਿੰਗਲੀ ਉਹਨਾਂ ਨੂੰ ਉੱਥੇ ਤਬਦੀਲੀਆਂ ਕਰਨੀਆਂ ਪਈਆਂ। ਉਹਨਾਂ ਨੂੰ ਇੱਕ ਤਾਂ ਲਾਈਵ ਸਟ੍ਰੀਮ ਸ਼ੁਰੂ ਕੀਤੀ ਕਿ ਤੁਸੀਂ ਬਾਹਰ ਬੈਠੇ ਘਰਾਂ 'ਚ ਵੀ ਦੇਖ ਸਕਦੇ ਹੋ ਫਿਊਨਲ। ਔਰ ਫਿਰ ਜਿੱਥੇ ਭੱਠੀ ਦੇ ਵਿੱਚ ਜਦੋਂ ਬੋਡੀ ਅੰਦਰ ਭੇਜਦੇ ਸੀ, ਉੱਥੇ ਵੀ ਕੈਮਰੇ ਲਾ ਕੇ ਤੁਹਾਡੀ ਤਸੱਲੀ ਹੋ ਜਾਏ ਕਿ ਤੁਹਾਡਾ ਜਿਹੜਾ ਲਵਡ ਵਨ ਹੈ ਉਹਦਾ ਕੈਸਕਟ ਜਿਹੜਾ ਅੰਦਰ ਜਾ ਰਿਹਾ, ਬਟਨ ਦੱਬ ਹੋ ਰਿਹਾ। ਪਰ ਇਮੋਸ਼ਨਲ ਤੌਰ ਤੇ ਤਾਂ ਜੀ ਹੈ ਬੜਾ ਔਖਾ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਅਖੀਰ ਤੱਕ, ਲਾਸਟ ਸਟੈਪ ਤੱਕ ਅਸੀਂ ਉਹਨਾਂ ਦੇ ਨਾਲ ਜਾਈਏ। ਔਰ ਉਸ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਖੁੱਲ੍ਹ ਹੋਈ, ਫਿਰ 50 ਬੰਦਿਆਂ ਦੀ ਖੁੱਲ੍ਹ ਹੋ ਗਈ, ਜਾਂ ਉਹਨਾਂ ਨੇ ਕਿਹਾ ਕਿ 15% ਕੈਪੈਸਿਟੀ ਜਿਹੜੀ ਆ, ਜਿਹੜੀਆਂ ਰਿਲੀਜੀਅਸ ਪਲੇਸਿਸ ਹੈਗੀਆਂ ਆ ਤੇ ਜਾਂ ਜਿਹੜੀਆਂ ਫਿਊਨਲ ਹੋਮਸ ਨੇ, ਇਹਨਾਂ ਤੇ ਸੇਮ ਹੀ ਜਿਹੜਾ ਕਾਨੂੰਨ ਅਪਲਾਈ ਹੁੰਦਾ। 15% ਆਫ ਟੋਟਲ ਫਲੋਰਿੰਗ ਕੈਪੈਸਿਟੀ ਤੇ ਜਾਂ 50 ਬੰਦੇ। ਔਰ ਉਹ ਥੋੜ੍ਹਾ ਜਿਹਾ ਚਿਰ ਖੋਲ੍ਹ ਹੋਈ ਤੇ ਫਿਰ ਜਦੋਂ ਕੇਸਿਸ ਬਹੁਤ ਇਸ ਸਾਲ ਵਧੇ, ਫਿਰ ਉਹ ਵੀ ਬੈਕ ਟੂ 10। ਉਹਦੇ ਵਿੱਚ ਸਾਨੂੰ ਪ੍ਰੋਬਲਮ ਵੀ ਆਈ ਜੀ। ਇੱਕ ਫਿਊਨਲ ਤੇ ਉੱਥੇ ਜ਼ਿਆਦਾ ਲੋਕ ਆ ਗਏ ਔਰ ਸਾਨੂੰ 2 ਹਫ਼ਤੇ ਦੀ ਸਸਪੈਂਸ਼ਨ ਵੀ ਲੈਣੀ ਪਈ। ਔਰ ਬੜਾ ਵੱਡਾ ਸਾਡੇ ਵਾਸਤੇ ਸਬਕ ਸਿੱਖਣ ਵਾਲੀ ਗੱਲ ਸੀ। ਫਿਰ ਅਸੀਂ ਬੇਨਤੀ ਕੀਤੀ ਫਿਊਨਲ ਸਰਵਿਸ ਬੋਰਡ ਨੂੰ, ontario ਨੂੰ, ਕਿ ਦੇਖੋ ਸਾਡਾ ਕਲਚਰ ਇਹ ਹੈ ਕਿ ਬੜੀ ਸਾਡੇ ਵਾਸਤੇ ਬੜੀ ਔਖੀ ਗੱਲ ਹੈ। ਸਾਡੇ ਕੋਲ ਤਾਂ ਜਗ੍ਹਾ ਵੀ ਬਹੁਤ ਵੱਡੀ ਹੈ, ਅਸੀਂ 6-6 ਫੁੱਟ ਤੇ ਕੁਰਸੀਆਂ ਵੀ ਡਾਹ ਸਕਦੇ ਹਾਂ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰ ਡਰਾਈਵ ਬਾਈ ਵਿਜ਼ੀਟੇਸ਼ਨ ਕਰ ਸਕਦੇ ਹੋ। ਉਹਦਾ ਮਤਲਬ ਵੀ ਬਾਹਰ ਤੁਸੀਂ ਉੱਥੇ 2 ਟੈਂਟ ਅਸੀਂ ਲਾਤੇ ਸੀ, ਇੱਕ 'ਚ 10 ਕੁਰਸੀਆਂ ਫੈਮਿਲੀ ਬਹਿ ਲੈਂਦੀ ਸੀ, ਇਹਦੇ ਵਿੱਚ ਟੈਂਟ ਥੱਲੇ ਅਸੀਂ ਕੈਸਕਟ ਲਿਆ ਕੇ ਰੱਖ ਲਈਦਾ ਸੀ। ਕਾਰਾਂ ਦੇ ਵਿੱਚ ਹੀ ਲੋਕ ਆਉਂਦੇ ਸਨ, ਆ ਕੇ ਸ਼ੀਸ਼ਾ ਖੋਲ੍ਹਣਾ, 1 ਮਿੰਟ ਉਹਨਾਂ ਅਰਦਾਸ ਕਰਨੀ, ਦਰਸ਼ਨ ਕਰਨੇ, ਚਲੇ ਜਾਂਦੇ ਸਨ। ਪਰ ਆ ਹੁਣ ਪਿਛਲੇ ਹਫ਼ਤੇ 'ਚ ਜੇ ਦੱਸਿਆ ਹੈ, ਮੰਡੇ ਤੋਂ ਉਹਨਾਂ ਨੇ ਸਾਨੂੰ ਫਿਰ ਜਿਹੜੀ ਟੋਟਲ 15% ਦਾ ਟੋਟਲ ਕੈਪੈਸਿਟੀ ਤੇ ਜਾਂ 50 ਸਾਡੇ ਹੁਣ ਹਾਲ ਦੇ ਵਿੱਚ ਲੱਗੀਆਂ। ਹੁਣ 50 ਆ ਸਕਦੇ ਨੇ। ਇੱਕ ਹੋਰ ਗੱਲ ਸੀ ਉਹਨਾਂ ਨੇ ਕੀਤੀ, ਪਹਿਲਾਂ ਨਹੀਂ ਸੀ। ਪਹਿਲਾਂ ਅਸੀਂ ਰੋਟੇਸ਼ਨ ਵੀ ਨਹੀਂ ਸੀ ਕਰ ਸਕਦੇ। ਜੇ ਉਹਨਾਂ ਨੇ ਕਿਹਾ ਕਿ 10 ਬੰਦੇ ਆ ਤੇ 10 ਦੇ ਤੁਸੀਂ ਨਾਂ ਦਿਓ, ਸਾਡੇ ਉੱਥੇ ਸਿਕਿਉਰਿਟੀ ਉਹਨਾਂ ਨੇ ਕਿਹਾ ਤੁਸੀਂ ਹਾਇਰ ਕਰ ਲਓ, ਸਿਕਿਉਰਿਟੀ ਸਾਡੇ ਕੋਲ ਹੁੰਦੀ ਸੀ। ਅਗਰ ਤੁਹਾਡਾ ਨਾਂ ਹੈ ਤੇ ਸਿਕਿਉਰਿਟੀ ਤੁਹਾਨੂੰ ਅੱਗੇ ਲੰਘਣ ਦੇਣਗੇ, ਜੇ ਨਹੀਂ ਤੇ ਫਿਰ ਨਹੀਂ। ਫਿਰ ਇਹ ਨਹੀਂ ਸੀ ਵੀ ਤੁਸੀਂ ਉਹ 10 ਦੇ ਵਿੱਚੋਂ 5 ਬਾਹਰ ਆ ਜਾਂ 5 ਹੋਰ। ਪਰ ਹੁਣ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਰੋਟੇਟ ਵੀ ਕਰ ਸਕਦੇ ਹੋ ਆਪਣੇ ਗੈਸਟ ਜਿਹੜੇ ਆ ਨਾ। ਉਹਦੇ ਵਿੱਚ ਮੇਰਾ ਖਿਆਲ ਜੇ 2 ਘੰਟੇ ਦੀ ਤੁਹਾਡੇ ਕੋਲ ਸਰਵਿਸ ਹੈ ਤੇ ਤੁਸੀਂ ਉਹਦੇ ਵਿੱਚ ਤਕਰੀਬਨ 100-125 ਬੰਦਾ। ਹੁਣ ਇਹ ਰੀਜ਼ਨੇਬਲ ਹੈ ਗੱਲ, ਪੂਰੀ ਖੁੱਲ੍ਹ ਤੇ ਨਹੀਂ ਹੈ ਜਿਵੇਂ ਤੁਸੀਂ ਦੱਸਿਆ ਕਿ ਫਸਟ ਫੇਜ਼ ਹੀ ਹੈ, ਪਰ ਅੱਗੇ ਨਾਲੋਂ ਥੋੜ੍ਹਾ ਬੈਟਰ ਹੈ। ਇਹ ਬੜਾ ਇਮੋਸ਼ਨਲ ਟਾਈਮ ਹੁੰਦਾ ਜੀ, ਬੜੀ ਦੁੱਖ ਦੀ ਘੜੀ ਹੁੰਦੀ ਹੈ ਤੇ ਹਰ ਕੋਈ ਉੱਥੇ ਜਾਣਾ ਚਾਹੁੰਦਾ ਹੈ। ਪਰਿਵਾਰ ਵੀ ਆਪਣੇ ਸੁੱਖ ਨਾਲ ਵੱਡੇ ਨੇ ਤੇ ਹੁਣ ਥੋੜ੍ਹਾ ਜਿਹਾ ਅੱਗੇ ਨੂੰ ਰਾਹਤ। ਖਾਸ ਤੌਰ 'ਤੇ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਆਖਰੀ ਸਮੇਂ ਨਾਲ ਵੀ ਕਈ ਰਸਮ ਰਿਵਾਜ, ਕਈ ਰੀਤੀ ਰਿਵਾਜ ਜੁੜੇ ਹੋਏ ਨੇ ਕਿ ਆਖਰੀ ਇਸ਼ਨਾਨ ਜਾਂ ਕਈ ਐਵੇਂ ਦੇ ਹੋਰ ਧਾਰਮਿਕ ਰਿਵਾਜ। ਸੋ ਕਰੋਨਾ ਵਾਇਰਸ ਤੋਂ ਦੌਰਾਨ ਜਿਵੇਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ, ਚਾਹੇ ਨੈਚੁਰਲ ਡੈਥ ਹੋਵੇ, ਚਾਹੇ ਕੋਵਿਡ ਡੈਥ ਹੋਵੇ, ਫਿਰ ਕੀ ਇਹਨਾਂ ਨੂੰ ਪਾਲਣ ਕਰਨ ਦਾ ਇਜਾਜ਼ਤ ਮਿਲੀ ਸੀ ਜਾਂ ਇਹ ਸਭ ਕੁਝ ਬੰਦ ਕਰਨਾ ਪਿਆ? ਦੇਖੋ ਜਿਹੜੀਆਂ ਡੈਥਸ ਕਰੋਨਾ ਦੇ ਨਾਲ ਹੋਈਆਂ, ਉਹ ਤੇ ਜਦੋਂ ਅਸੀਂ ਬੋਡੀ ਲੈ ਜਾਂਦੀ ਸੀ, ਉਹ ਸਾਡਾ ਸਟਾਫ ਹੀ ਉਹਨਾਂ ਨੂੰ ਕਲੀਨ ਵਾਸ਼ ਕਰਦਾ ਸੀ ਤੇ ਡਰੈਸਅਪ ਵੀ ਆਪ ਹੀ ਕਰਦਾ ਸੀ। ਬਹੁਤ ਵਾਰੀ ਪਰਿਵਾਰ ਵਾਲੇ ਕਹਿੰਦੇ ਸੀ ਜੀ ਅਸੀਂ ਆਪ ਕਰਨਾ ਚਾਹੁੰਦੇ ਹਾਂ, ਪਰ ਉਹ ਜਿਹੜੀਆਂ ਕਰੋਨਾ ਰਿਡਨ ਬੋਡੀ ਸੀਗੀਆਂ, ਜਿਹੜੀਆਂ ਕਰੋਨਾ ਰਿਲੇਟਡ ਡੈਥ ਸੀ, ਉਹਨਾਂ ਨੂੰ ਸਾਡਾ ਪ੍ਰੈਫਰਲੀ ਸਾਡਾ ਸਟਾਫ ਹੀ, ਤਾਂ ਕਿ ਹੋਰ ਕਿਸੇ ਨੂੰ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਨਾ ਆਵੇ। ਹੁਣ 5 ਬੰਦੇ ਜਿਹੜੇ ਆ ਉਹਨਾਂ ਦੇ ਇਸ਼ਨਾਨ ਵਾਸਤੇ, ਇਹ ਵੀ ਤੁਸੀਂ ਦੱਸਿਆ ਕਿ ਸਾਡੇ ਵਿੱਚ ਟ੍ਰੈਡੀਸ਼ਨ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਾਣ ਵਾਲੇ ਸਮੇਂ 'ਚ ਅੱਛੀ ਤਰ੍ਹਾਂ ਉਸ ਬੋਡੀ ਨੂੰ ਸਾਫ਼ ਕਰਕੇ ਨਲਾ ਧਲਾ ਕੇ ਉੱਤੇ ਸਾਫ਼ ਸੁਥਰੇ ਕੱਪੜੇ ਪਾਏ ਜਾਣ। ਹੁਣ 5 ਬੰਦੇ ਤੁਸੀਂ ਆ ਕੇ ਕਰ ਸਕਦੇ ਹੋ। ਦੂਸਰੀਆਂ ਸਾਡੀਆਂ ਧਾਰਮਿਕ, ਕੁਛ ਸਾਡੀ ਧਾਰਮਿਕ ਮਰਿਆਦਾ ਹੈ ਤੇ ਕੋਈ ਸਾਡੀਆਂ ਸੋਸ਼ਲ ਟ੍ਰੈਡੀਸ਼ਨਸ ਨੇ, ਉਹ ਵੀ ਫੁੱਲਫਿਲ ਲੋਕ ਕਰਦੇ ਨੇ। ਉਹ ਵੱਖ-ਵੱਖ, ਈਵਨ ਪੰਜਾਬ ਦੇ ਵੱਖ ਇਲਾਕਿਆਂ ਦੀਆਂ ਵੱਖ-ਵੱਖ, ਮਾਝੇ ਮਾਲਵੇ ਦੁਆਬੇ ਦੀਆਂ ਵੱਖ-ਵੱਖ ਨੇ, ਪਰ ਉਹ ਲੋਕਾਂ ਦੀ ਆਸਥਾ ਹੈ ਜੀ, ਲੋਕ ਕਰਨਾ ਚਾਹੁੰਦੇ ਨੇ। ਤੋ ਅੱਗੇ ਨਾਲੋਂ ਬੈਟਰ ਹੈ, ਲੋਕ ਉਹ ਕਰ ਸਕਦੇ ਨੇ, ਪਰ ਹਾਲੇ ਜਿਹੜੇ ਨੰਬਰ ਹੈ ਹਾਲੇ ਵੀ ਲਿਮਟਿਡ। ਇਸ ਵਕਤ ਤੁਸੀਂ ਲਿਮਿਟਿਡ ਨੰਬਰਸ ਦੀ ਗੱਲ ਕੀਤੀ ਆ, ਫਸਟ ਸਟੇਜ ਦੀ ਓਪਨਿੰਗ ਹੋ ਚੁੱਕੀ ਆ, ਤਾਂ ਕਿੰਨੇ ਕੁ ਕਪੈਸਿਟੀ
ਜਿਹੜੀ ਇਸ ਵਕਤ ਅਲਾਓ ਹੈ? 40 ਚੇਅਰਸ ਅਸੀਂ ਉੱਥੇ ਹਮ, ਹੁਣ ਅੰਦਰ ਦੋ ਹਾਲ ਖੋਲੇ ਨੇ ਜੀ, ਦੋ ਹਮ, 40 ਚੇਅਰਸ ਨੇ। ਹਮ, ਤੁਹਾਨੂੰ ਪਤਾ ਉੱਦਾਂ ਤੇ ਵੈਸੇ 50 ਦੀ ਇਜਾਜ਼ਤ ਹੈ। ਉਹ 40 ਚੇਅਰਸ ਦੇ ਕਰਕੇ ਹੋਰ ਵੀ ਇੱਕ ਪ੍ਰੀਸਟ ਹਮ, ਹੋ ਗਿਆ, ਕੋਈ ਇੱਕ ਦੋ ਬੰਦੇ ਹੋਰ ਵੀ ਹੋ ਹਮ, ਗਿਆ। ਸੋ ਅਸੀਂ ਦੇਖਦੇ ਹਾਂ ਕਿ ਨੰਬਰ 50 ਤੋਂ ਨਾ ਵਧੇ, ਤਾਂ ਕਿ ਉਹ ਜਿਹੜੀ ਕੋਈ ਵਾਇਲੇਸ਼ਨ ਜਿਹੜੀ ਹਮ, ਪਹਿਲਾਂ ਸਾਡੇ ਕੋਲ ਹੋਈ ਹੈ ਉਹ ਨਾ ਹੋਵੇ। ਤੇ ਇੱਕ ਵਾਰੀ ਜਦੋਂ ਅੰਤਿਮ ਸੰਸਕਾਰ ਹੋ ਜਾਂਦਾ, ਉਸ ਤੋਂ ਬਾਅਦ ਜਦੋਂ ਅਸਥੀਆਂ ਦੀ ਗੱਲ ਆਉਂਦੀ ਆ, ਤਾਂ ਫਿਰ ਪਰਿਵਾਰ ਨੂੰ ਕਿਵੇਂ ਸਪੁਰਦ ਕੀਤੀਆਂ ਜਾਂਦੀਆਂ ਨੇ? ਕੀ ਪੂਰਾ ਇਹ ਸਿਸਟਮ ਹੁੰਦਾ ਜਿਹੜੀਆਂ ਹਾਲੇ ਵੀ ਤਰਨ ਜੀ ਸਾਡੇ ਲੋਕਾਂ ਦਾ ਇਹ ਵਿਸ਼ਵਾਸ ਹੈ? ਹੈ, ਮੈਂ ਸਮਝਦਾ ਹਾਲੇ ਵੀ ਤਕਰੀਬਨ 80% ਦਾ ਹੀ ਹੋਏਗਾ ਜੀ। ਹਮ, ਹਮ, ਬਟ ਇਟਸ ਚੇਂਜਿੰਗ ਨਾਓ, ਅੱਗੇ ਨੂੰ ਬਦਲਿਆ ਹੋ ਰਿਹਾ। ਲੋਕ ਚਾਹੁੰਦੇ ਸਨ ਕਿ ਅਸਤੀਆਂ ਜਿੱਥੇ ਜਿੱਥੇ ਵੀ ਇਹਨਾਂ ਦਾ ਕੋਈ ਵਿਸ਼ਵਾਸ ਹੈ, ਕੋਈ ਹਮ, ਕੀਰਤਪੁਰ ਲੈ ਕੇ ਜਾਂਦਾ ਹੈ, ਕੋਈ ਬਿਆਸ ਤੇ ਲੈ ਕੇ ਹਮ, ਜਾਂਦਾ ਹੈ, ਕੋਈ ਗੰਗਾ ਲੈ ਕੇ ਜਾਂਦਾ ਹੈ, ਕੋਈ ਕਿਤੇ ਲੈ ਕੇ ਹਰੀਕੇ ਪੱਤਰ ਲੈ ਕੇ ਹਮ, ਜਾਂਦਾ ਹੈ। ਸੋ ਉਹ ਅਸਤੀਆਂ ਪਹਿਲਾਂ ਤੇ ਅਸੀਂ ਫ੍ਰੀ ਆਫ ਕਾਸਟ 1 ਸਾਲ ਲਈ ਸਟੋਰੇਜ ਉੱਥੇ ਕਰਦੇ ਸਾਂ। ਹਮ, ਪਰ ਸਾਨੂੰ ਉਹ ਪ੍ਰੋਬਲਮ ਆ ਗਈ ਜੀ ਪਿਛਲੇ, ਹੁਣ ਆਪਾਂ ਨੂੰ ਤਕਰੀਬਨ ਦੇਖੋ ਵੀ 9 ਸਾਲ ਆਪਾਂ ਨੂੰ ਅਕਤੂਬਰ 'ਚ ਹੋ ਜਾਣੇ ਨੇ ਹਮ, ਜੀ। 9 ਸਾਲ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਹਸਤੀਆਂ ਫੁੱਲ ਐਸ਼ਜ਼ ਕਰਮੇਟਰ ਮੇਨ ਜਿਹਨਾਂ ਤੁਸੀਂ ਕਹਿੰਦੇ ਹਮ, ਹੋ, ਉਹ ਬਾਕਸਸ ਇੰਨੇ ਜ਼ਿਆਦਾ ਇਕੱਠੇ ਹੋ ਗਏ ਉੱਥੇ, ਹਮ, ਸ਼ਾਇਦ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਨੇ। ਹਮ, ਉਹ ਸਾਨੂੰ ਵੀ ਸਟੋਰੇਜ ਦੀ ਪ੍ਰੋਬਲਮ ਆ ਰਹੀ ਹੈ। ਹਮ, ਉਹ ਲੋਕ ਕਹਿੰਦੇ ਅਸੀਂ ਇੰਡੀਆ ਲੈ ਕੇ ਜਾਣਾ ਹੈ। ਇੰਡੀਆ ਹੁਣ ਪਿਛਲੇ ਸਾਲ ਤੋਂ ਆਪਾਂ ਨੂੰ ਪਤਾ ਹੈ ਕਿ ਉਹ ਜੀ, ਫਲਾਈਟਸ ਦੀ ਵੀ ਪ੍ਰੋਬਲਮ ਹੈ। ਦੂਸਰਾ ਮੈਂ ਸਮਝਦਾ ਕਿ ਪਰਿਵਾਰਾਂ ਲਈ ਉਹ ਖਰਚਾ ਵੀ ਹੈ। ਜੇ ਦੋ ਬੰਦੇ ਜਾਣ ਤੇ ਜੇ ਜ਼ਿਆਦਾ ਨਹੀਂ ਤੇ $10,000 ਦੇ ਬਿਲਕੁਲ, ਚਾਹੀਦਾ ਹੈਗਾ ਜੀ। ਹਮ, ਉਹ ਉਹਨਾਂ ਨੂੰ ਅਸੀਂ ਹੁਣ ਸਾਰਿਆਂ ਨੂੰ ਕਾਲਸ ਕੀਤੀਆਂ ਕਿ ਤੁਸੀਂ ਪਲੀਜ਼ ਇਹ ਲੈ ਜਾਓ, ਕਿਉਂਕਿ ਸਾਨੂੰ ਪ੍ਰੋਬਲਮ ਆ ਰਹੀ ਹੈ। ਅੱਛਾ, ਕਾਨੂੰਨਨ ਤੌਰ ਤੇ ਅਸੀਂ ਆਪ ਉਹਨਾਂ ਨੂੰ ਇਮਰਸ ਨਹੀਂ ਕਰ ਸਕਦੇ। ਅਸੀਂ ਜੇ ਅਸੀਂ ਕਹੀਏ ਕਿ ਅਨਲੈਸ ਕਿ ਪਰਿਵਾਰ ਸਾਨੂੰ ਆ ਕੇ ਇਨ ਹਮ, ਰਾਈਟਿੰਗ ਦਿੰਦਾ ਹਮ, ਹੈ ਕਿ ਤੁਸੀਂ ਇਹ ਪਾਣੀ ਦੇ ਵਿੱਚ ਜਾ ਕੇ ਹਮ, ਵਹਾ ਦਿਓ, ਫਿਰ ਅਸੀਂ ਕਰਾਂਗੇ। ਸਾਨੂੰ ਉਹਨਾਂ ਦੇ ਸਿਗਨੇਚਰਸ ਦੀ ਲੋੜ ਹੈ। ਜੀ, ਜਿਹਨੇ ਕੰਟਰੈਕਟ ਸਾਈਨ ਕੀਤਾ ਹੈ, ਉਸ ਤਰ੍ਹਾਂ ਅਸੀਂ ਕਰ ਨਹੀਂ ਸਕਦੇ। ਕਾਫੀ ਲੋਕ ਲੈ ਗਏ ਨੇ, ਪਰ ਕਾਫੀ ਹਾਲੇ ਉੱਥੇ ਪਈਆਂ ਨੇ। ਸਾਡੀ ਮੈਨੇਜਮੈਂਟ ਨੇ ਹੁਣ ਨਵਾਂ ਜਿਹੜਾ ਉਹਨਾਂ ਨੇ ਆਪਣੇ ਰੂਲ ਬਣਾਇਆ, ਉਹ ਹੈ ਕਿ ਹੁਣ ਅਸੀਂ $350 ਹਮ, ਉਹਨਾਂ ਅਸਤੀਆਂ ਨੂੰ ਉੱਥੇ ਰੱਖਣ ਵਾਸਤੇ ਡਿਪੋਜ਼ਿਟ ਕਰਵਾਉਂਦੇ ਹਾਂ ਹਮ, 1 ਸਾਲ ਲਈ। ਪਰ ਉਹ ਫ੍ਰੀ ਆਫ ਕਾਸਟ ਹੈ। ਹਮ, ਉਹ 1 ਸਾਲ ਦੇ ਅੰਦਰ ਅੰਦਰ ਤੁਸੀਂ ਲੈ ਜਾਓ ਤੇ ਉਹ ਜੀ, $350 ਤੁਹਾਡਾ ਵਾਪਸ ਆ ਵਾਪਸ ਆ ਹਮ, ਜਾਏਗਾ। ਜੇ ਤੁਸੀਂ ਸਾਲ 'ਚ ਨਹੀਂ ਲਿਜਾਂਦੇ ਤੇ ਉਹ ਫਿਰ ਉਹ ਜਿਹੜੀ ਉਹਨਾਂ ਦੀ ਮੈਨੇਜਮੈਂਟ ਹਮ, ਸਟੋਰੇਜ ਫੀਸ ਹੈ, ਉਹ $350 ਉਸ ਨੂੰ ਇਸ ਤਰ੍ਹਾਂ ਕੰਸਿਡਰ ਕੀਤਾ ਹਮ, ਜਾਵੇਗਾ। ਉਸ ਤੋਂ ਬਾਅਦ ਫਿਰ $50 ਹਰ ਮਹੀਨੇ। ਔਰ ਸਾਡੀ ਕੋਸ਼ਿਸ਼ ਹੈ, ਇੱਕ ਤੇ ਹਮ, ਧਾਰਮਿਕ ਤੌਰ ਤੇ ਵੀ ਸਾਡੀ ਇਹ ਮਰਿਆਦਾ ਹੈ ਕਿ ਹਮ, ਜਲਦੀ ਤੋਂ ਜਲਦੀ ਮਨੁੱਖ ਦੀ ਜਿਹੜੀ ਮਿੱਟੀ ਹੈ ਉਹ ਮਿੱਟੀ ਦੇ ਹਮ, ਵਿੱਚ ਜਾ ਕੇ ਰਲਣੀ ਚਾਹੀਦੀ ਹੈ। ਹਮ, ਤੇ ਦੂਸਰਾ ਜਿਹੜੀਆਂ ਲੌਜਿਸਟਿਕ ਪ੍ਰੋਬਲਮਸ ਹਮ, ਤੇ ਚਲੋ ਹੈ ਹੀ ਹੈ ਜੀ। ਜੀ, ਤੁਸੀਂ ਜਿਵੇਂ ਕਿਹਾ ਕਈ ਹਸਤੀਆਂ ਨੂੰ 4-5 ਸਾਲ ਵੀ ਹੋ ਗਏ ਨੇ ਉੱਥੇ ਪਿਆ ਨੂੰ, ਤੁਸੀਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਕਦੇ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਹੈ? ਕਿਉਂਕਿ ਐਕਚੁਅਲੀ ਹੁਣ ਕੈਨੇਡਾ ਵਿੱਚ ਆਪਾਂ ਨੂੰ ਵੀ ਜਗ੍ਹਾ ਮਿਲ ਚੁੱਕੀ ਹੈ ਜਿੱਥੇ ਤੁਸੀਂ ਹਮ, ਅਸਥੀਆਂ ਜਲ ਪ੍ਰਵਾਹ ਕਰ ਸਕਦੇ ਹੋ। ਅੱਜ ਡਿਕਸੀ ਗੁਰੂ ਘਰ ਦੇ ਨਾਲ ਹੁਣ ਜਗ੍ਹਾ ਸਾਨੂੰ ਮਿਲ ਚੁੱਕੀ ਆ, ਸੋ ਉਹਨਾਂ ਨਾਲ ਕਦੇ ਸੰਪਰਕ ਨਹੀਂ ਸਾਧਿਆ? ਅਸੀਂ ਸੰਪਰਕ ਕੀਤਾ ਜੀ। ਅਸੀਂ ਤਕਰੀਬਨ 1 ਮਹੀਨਾ ਸਾਡੇ ਸਟਾਫ ਨੇ ਇਸੇ ਕੰਮ ਤੇ ਹਮ, ਲਾਇਆ। ਤੇ ਤੁਸੀਂ ਹੈਰਾਨ ਹੋਵੋ ਕਿ ਬਹੁਤ ਸਾਰੇ ਪਰਿਵਾਰਾਂ ਦੇ ਟੈਲੀਫੋਨ ਚੇਂਜ ਹੋ ਗਏ, ਹਮ, ਉਥੋਂ ਮੂਵ ਆਊਟ ਹੋ ਗਏ। ਹਮ, ਉਹਨਾਂ ਨੂੰ ਹੁਣ ਆਹ ਹੀ ਮਾਧਿਅਮ ਹੈ, ਇੱਕ ਆਪਣਾ ਹਮ, ਤੁਹਾਡੇ ਜੀ, ਮਾਧਿਅਮ ਰਾਹੀਂ ਮੀਡੀਅਮ ਹਮ, ਮੀਡੀਆ ਦੇ ਰਾਹੀਂ ਇਹਨਾਂ ਨੂੰ ਜੀ, ਦੱਸ ਸਕੀਏ ਕਿ ਪਲੀਜ਼ ਜਿਹਨਾਂ ਦੀਆਂ ਅਸਥੀਆਂ ਸਾਡੇ ਕੋਲ ਪਈਆਂ ਨੇ, ਉਹਨਾਂ ਤੁਸੀਂ ਆਪਣੇ ਪਿਆਰਿਆਂ ਦੀਆਂ ਅਸਥੀਆਂ ਨੂੰ ਜਾ ਕੇ ਉਹ ਪਾਣੀ ਦੇ ਵਿੱਚ ਵਹਾਓ। ਜਿਵੇਂ ਤਰਨ ਜੀ ਨੇ ਦੱਸਿਆ ਕਿ ਹੁਣ ਤੇ ਕਾਨੂੰਨੀ ਤੌਰ ਤੇ ਆਪਾਂ ਨੂੰ ਇਜਾਜ਼ਤ ਮਿਲ ਗਈ ਹੈ। ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਪਿੱਛੇ ਆਪਣੀ ਪ੍ਰਾਪਰਟੀ ਦੇ ਵਿੱਚ ਇੱਕ ਕ੍ਰੀਕ ਹੈ ਜੀ, ਬੜੀ ਉੱਥੇ ਬਹੁਤ ਹਮ, ਸੁੰਦਰ ਪਾਰਕ ਜਿਹੜਾ ਕ੍ਰੀਏਟ ਹੋ ਰਿਹਾ ਹੈ। ਲੋਕਾਂ ਨੇ ਕਾਫੀ $3.5 ਲੱਖ ਮੇਰਾ ਖਿਆਲ ਇਕੱਠਾ ਹਮ, ਕੀਤਾ ਗੁਰਦੁਆਰੇ ਨੇ, ਔਰ ਬੜਾ ਖੂਬਸੂਰਤੀ ਦੇ ਨਾਲ ਉਹ ਪਾਰਕ ਜੁਲਾਈ ਅਗਸਤ ਬਣ ਕੇ ਤਿਆਰ ਹੋ ਜਾਏਗਾ। ਪਰ ਹਸਤੀਆਂ ਉੱਥੇ ਪੈ ਰਹੀਆਂ ਨੇ ਜੀ ਪਿਛਲੇ ਸਾਲ ਦੀਆਂ, ਜੀ, ਪਿਛਲੇ 4 ਸਾਲ ਤੋਂ। ਜਦੋਂ ਹਾਲੇ ਘਾਟ ਨਹੀਂ ਵੀ ਸੀ ਹਮ, ਬਣਿਆ, ਅਸੀਂ ਕਈ ਵਾਰੀ ਉੱਥੇ ਜਾ ਕੇ ਹਮ, ਜਿਹੜੇ ਪਰਿਵਾਰ ਸਾਨੂੰ ਲਿਖ ਕੇ ਦੇ ਜਾਂਦੇ ਸੀ ਹਮ, ਵੀ ਤੁਸੀਂ ਪਲੀਜ਼ ਪਾ ਦਿਓ, ਮੈਂ ਆਪ ਜਾ ਕੇ ਕਈ ਵਾਰੀ ਉੱਥੇ ਫੁੱਲ ਤਾਰ ਕੇ ਆਉਂਦਾ। ਉੱਥੇ ਹੁਣ ਵੀ ਤੁਸੀਂ ਜਾ ਕੇ ਪਾ ਸਕਦੇ ਹੋ। ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਤੁਸੀਂ ਆਪਣੇ ਪਿਆਰਿਆਂ ਦੇ ਜਿਹੜੇ ਫੁੱਲ ਬਹੁਤ ਸਾਰੇ ਸਾਲਾਂ ਤੋਂ ਹਮ, ਉੱਥੇ ਪਏ ਨੇ, ਜੇ ਤੁਸੀਂ ਇੰਡੀਆ ਨਹੀਂ ਜਾ ਸਕਦੇ ਜਾਂ ਇਹ ਕਈ ਮਜਬੂਰੀਆਂ ਹੁੰਦੀਆਂ ਨੇ ਜੀ, ਫਿਰ ਘੱਟੋ ਘੱਟ ਆਪਾਂ ਉਹਨਾਂ ਨੂੰ ਹਸਤੀਆਂ ਨੂੰ ਇੱਥੇ ਇਹ ਪਾਣੀ ਦੇ ਵਿੱਚ ਵਹਾ ਦਈਏ। ਨਹੀਂ ਤੇ ਸਾਨੂੰ ਟੈਲੀਫੋਨ ਕਰਕੇ ਦੱਸੋ, ਸਾਨੂੰ ਤੁਸੀਂ ਆਥੋਰਾਈਜ਼ ਕਰ ਦਿਓ, ਫਿਰ ਵਿਲ ਟੇਕ ਕੇਅਰ ਆਫ। ਜਿਹੜਾ ਜਲ ਪ੍ਰਵਾਹ ਦੀ ਤੁਸੀਂ ਗੱਲ ਕੀਤੀ ਆ, ਕੁਝ ਧਾਰਮਿਕ ਵੀ ਸਾਡੇ ਜ਼ਿਹਨ ਦੇ ਵਿੱਚ ਗੱਲਾਂ ਹੁੰਦੀਆਂ ਨੇ। ਆਪਣੇ ਜਿਵੇਂ ਕਹਿੰਦੇ ਆ ਕਿ ਕੀਰਤਪੁਰ ਸਾਹਿਬ ਜਾ ਕੇ ਹੀ ਅਸੀਂ ਜਲ ਪ੍ਰਵਾਹ ਕਰੀਏ ਹਸਤੀਆਂ, ਜਾਂ ਜੇ ਹਿੰਦੂ ਭਾਈਚਾਰੇ ਦੀ ਗੱਲ ਕਰੀਏ ਗੰਗਾ ਵਿੱਚ ਜਾ ਕੇ ਉਤਰਨਾ ਜ਼ਿਆਦਾ ਪਵਿੱਤਰ ਸਮਝਦੇ ਨੇ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਿੰਦੂ ਧਰਮ ਬਾਰੇ ਤੇ ਮੈਂ ਗੱਲ ਨਹੀਂ ਕਰ ਸਕਾਂਗਾ ਕਿਉਂਕਿ ਮੈਨੂੰ ਜ਼ਿਆਦਾ ਉਹਦੇ ਬਾਰੇ ਵਾਕਫੀਅਤ ਨਹੀਂ ਹਮ, ਹੈ। ਪਰ ਜਿਹੜੀ ਸਿੱਖ ਰਹਿਤ ਮਰਿਆਦਾ ਹਮ, ਹੈ, ਉਸ ਦੇ ਵਿੱਚ ਬਹੁਤ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਹਮ, ਮੈਂ ਗੱਲ ਕਰਦਾ, ਜੀ, ਬਹੁਤ ਕਲੀਅਰਲੀ ਗੱਲ
ਇਹ ਲਿਖੀ ਗਈ ਹੈ ਕਿ ਜਦੋਂ ਬੰਦੇ ਦਾ ਅੰਤਮ ਸੰਸਕਾਰ ਹੋ ਜਾਂਦਾ ਹੈ, ਬਾਕੀ ਦੀਆਂ ਜਿਹੜੀਆਂ ਰਿਮੇਨਸ ਬਚੀਆਂ ਨੇ, ਕ੍ਰੀਮੇਟਡ ਰਿਮੇਨ ਅੰਗਰੇਜ਼ੀ 'ਚ ਕਹਿੰਦੇ ਨੇ, ਅਸਥੀਆਂ ਫੁੱਲ ਜੋ ਵੀ ਹੈ, ਉਹਨਾਂ ਨੂੰ ਤੁਸੀਂ ਚਲਦੇ ਪਾਣੀ ਦੇ ਵਿੱਚ ਵਹਾ ਦਿਓ। ਜੇ ਚੱਲਦਾ ਪਾਣੀ ਨਹੀਂ ਹੈ, ਕਿਤੇ ਤੁਸੀਂ ਰੇਗਿਸਤਾਨ ਦੇ ਵਿੱਚ ਦੂਰ ਦਰੇਡੇ ਹੋ, ਪਾਣੀ ਨਹੀਂ ਹੈ, ਤੇ ਫਿਰ ਤੁਸੀਂ ਉਹਨਾਂ ਵਾਸਤੇ ਉਹਨੂੰ ਦੱਬ ਵੀ ਸਕਦੇ ਹੋ। ਇਹ ਗੱਲ ਲਿਖੀ ਗਈ ਹੈ ਮਰਿਆਦਾ ਦੇ ਵਿੱਚ, ਤੁਸੀਂ ਉਹਨਾਂ ਨੂੰ ਦਫਨਾ ਸਕਦੇ ਹੋ। ਉਹ ਚੱਲਦਾ ਪਾਣੀ ਕੋਈ ਨਹਿਰ ਵੀ ਹੋ ਸਕਦੀ, ਦਰਿਆ ਵੀ ਹੋ ਸਕਦੀ ਹੈ। ਕੀਰਤਪੁਰ ਸਾਹਿਬ ਦਾ ਕੋਈ ਇਹ ਨਹੀਂ ਹੈ ਵੀ ਤੁਸੀਂ ਜ਼ਰੂਰੀ ਕੋਈ ਕੀਰਤਪੁਰ ਸਾਹਿਬ ਹੀ ਲੈ ਕੇ ਜਾਣੀਆਂ ਨੇ। ਉਹ ਤੇ ਅੱਜ ਤੋਂ ਤੇ 60-70 ਸਾਲ ਪਹਿਲਾਂ ਲੋਕ ਸਾਰੇ ਗੰਗਾ ਹੀ ਲੈ ਕੇ ਜਾਂਦੇ ਸਨ। ਪੁਰਾਣਾ ਰੈਕਡ ਇਹ ਤਕਰੀਬਨ 60 ਸਾਲ ਦੀ 70 ਸਾਲ ਦੀ ਗੱਲ ਹੈ। ਕੀਰਤਪੁਰ ਸਾਹਿਬ ਸਾਡੇ ਆਪਣੇ ਜੀਵਨ ਕਾਲ ਦੀ ਇਹ ਗੱਲ ਹੈ ਕਿ ਲੋਕ ਇੱਥੇ ਲੈ ਕੇ ਜਾਂਦੇ ਨੇ। ਪਰ ਪੰਜਾਬ ਵਿੱਚ ਸਾਰੇ ਲੋਕ ਕੀਰਤਪੁਰ ਸਾਹਿਬ ਨਹੀਂ ਜਾਂਦੇ। ਜਿਹੜੇ ਲੋਕ ਇੱਧਰ ਬਠਿੰਡਾ ਵਗੈਰਾ ਜਾਂ ਗੰਗਾ ਨਗਰ, ਰਾਜਸਥਾਨ, ਅਬੋਹਰ ਰਹਿੰਦੇ ਨੇ, ਉਹ ਨਹਿਰਾਂ ਦੇ ਵਿੱਚ ਪਾਉਂਦੇ ਨੇ। ਜਿਹੜੇ ਦੁਆਬੇ ਦੇ ਵਿੱਚ ਜਾਂ ਮਾਝੇ 'ਚ, ਉਹ ਬਿਆਸ ਦਰਿਆ 'ਚ ਪਾਉਂਦੇ ਨੇ, ਗੋਂਦਲ ਸਾਹਿਬ ਪਾਉਂਦੇ ਨੇ। ਕਈ ਜਗ੍ਹਾ ਬਣ ਗਈਆਂ ਨੇ। ਪਰ ਇਹ ਕੋਈ ਇੱਕ ਧਰਮ ਦੇ ਵਿੱਚ ਇਹ ਕੋਈ ਗੱਲ ਜ਼ਰੂਰੀ ਨਹੀਂ ਹੈ ਕਿ ਤੁਸੀਂ ਜ਼ਰੂਰ ਕੀਰਤਪੁਰ ਸਾਹਿਬ ਲੈ ਕੇ ਜਾਣਾ। ਇਹ ਹੈ ਕਿ ਤੁਸੀਂ ਉਹ ਪਾਣੀ ਦੇ ਵਿੱਚ ਵਹਾ ਕੇ ਤੇ ਫਿਰ ਉਸ ਪ੍ਰਾਣੀ ਦੇ ਨਿਮਿਤ ਇੱਕ ਪਾਠ ਹੋਣਾ ਚਾਹੀਦਾ। ਉਹ ਸਹਿਜ ਪਾਠ ਹੋ ਜਾਏ ਜਾਂ ਅਖੰਡ ਪਾਠ। ਜੇ ਕੋਈ ਫੈਮਿਲੀ ਤੁਹਾਨੂੰ ਜ਼ਿੰਮੇਵਾਰੀ ਸੌਂਪਦੀ ਆ ਕਿ ਤੁਸੀਂ ਖੁਦ ਇਹ ਜਿਹੜੀ ਆ ਆਖਰੀ ਰਿਵਾਜ ਤੁਸੀਂ ਅਦਾ ਕਰ ਸਕਦੇ ਹੋ, ਕਿ ਤੁਸੀਂ ਅਸਥੀਆਂ ਜਲ ਪ੍ਰਵਾਹ ਕਰ ਸਕਦੇ ਹੋ, ਫਿਰ ਇਸ ਦੇ ਲਈ ਕੀ ਤੁਸੀਂ ਕੋਈ ਰਾਸ਼ੀ ਵੀ ਲੈਂਦੇ ਹੋ? ਕੋਈ ਨਹੀਂ, ਅਸੀਂ ਕੋਈ ਚਾਰਜ ਨਹੀਂ ਸਾਡਾ ਜੀ। ਅਸੀਂ ਉਹਨਾਂ ਨੂੰ ਸਿਰਫ ਆ ਕੇ ਸਾਨੂੰ ਉਹ ਫਾਰਮ ਤੇ ਸਾਈਨ ਕਰਕੇ ਆਥੋਰਾਈਜ਼ ਕਰਨਾ ਪਏਗਾ, ਜਾਂ ਸਾਨੂੰ ਈਮੇਲ ਭੇਜ ਦੇਣ ਵਿਦ ਅ ਫੋਟੋ ਆਈਡੀ। ਵੀ ਜਸਟ ਵਾਂਟ ਟੂ ਮੇਕ ਸ਼ੋਰ ਕਿ ਜਿਸ ਬੰਦੇ ਨੇ ਕੰਟੈਕਟ ਸਾਈਨ ਕੀਤਾ ਉਹੋ ਹੀ ਸਾਨੂੰ ਫੋਨ ਕਰਕੇ ਕਹਿ ਰਿਹਾ, ਸਾਨੂੰ ਕੋਈ ਹੋਰ ਤਾਂ ਨਹੀਂ। ਇਹ ਕਾਨੂੰਨ ਤੇ ਵੀ ਕਹਿੰਦਾ ਹੈ ਕਿ ਜੇ 4 ਭੈਣ ਭਰਾ ਨੇ ਜਿਹਨੇ ਸਾਡੇ ਨਾਲ ਕੰਟੈਕਟ ਸਾਈਨ ਕੀਤਾ, ਉਹੋ ਹੀ ਬਾਉਂਡਡ ਹੈ। ਅਸੀਂ ਉਹਨੂੰ ਜਵਾਬਦੇਹ ਹਾਂ। ਸੋ ਉਹਨੂੰ ਹੀ ਸਾਨੂੰ ਦੱਸਣਾ ਪਏਗਾ ਵਿਦ ਫੋਟੋ ਆਈਡੀਜ਼। ਔਰ ਫਿਰ ਅਸੀਂ ਇੱਥੇ ਜਦੋਂ ਆ ਲੈਂਦਾ, ਅਸੀਂ ਫਿਰ ਉਹਦੀ ਕੋਈ ਵੀਡੀਓ ਬਣਾ ਕੇ ਜਾਂ ਫੋਟੋ ਖਿੱਚ ਕੇ ਫੈਮਿਲੀ ਰਿਕੁਆਇਰ ਅਸੀਂ ਉਹਨਾਂ ਨੂੰ ਭੇਜ ਦਿੰਦੇ ਹਾਂ ਵੀ ਆ ਤੁਹਾਡੇ ਪਿਆਰੇ ਦੀਆਂ ਜਿਹੜਾ ਮਿੱਟੀ ਦੇ ਆਸਤੀਆਂ ਜਿਹੜੀ ਵਹਾ ਦਿੱਤੀਆਂ ਨੇ। ਉਹਦਾ ਸਾਡੇ ਵੱਲੋਂ ਫ੍ਰੀ ਆਫ ਚਾਰਜ ਹੈ ਜੀ, ਕੋਈ ਸਰਵਿਸ ਨਹੀਂ ਹੈ, ਉਹਦਾ ਪੈਸੇ ਨਹੀਂ ਨੇ ਜੀ। ਥੋੜਾ ਜਿਹਾ ਆਪਾਂ ਡੈਡ ਬੋਡੀਜ਼ ਭੇਜਣ ਦੀ ਵੀ ਗੱਲ ਕਰ ਰਹੀ, ਕਿਉਂਕਿ ਕਈ ਮੰਦਭਾਗੀਆਂ ਫੈਮਿਲੀਜ਼ ਅਜਿਹੀਆਂ ਰਹੀਆਂ ਨੇ ਜਿਨ੍ਹਾਂ ਦੇ ਪਿਆਰੇ ਇੱਥੇ ਸੀ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਪਿੱਛੇ ਸੀਗੇ। ਸੋ ਡੈਡ ਬੋਡੀ ਜੇਕਰ ਕਿਸੇ ਦੀ ਇੱਥੇ ਅਚਨਚੇਤ ਮੌਤ ਹੋ ਜਾਂਦੀ ਆ, ਕੋਈ ਮੰਦਭਾਗਾ ਹਾਦਸਾ ਵਾਪਰ ਜਾਂਦਾ ਆ, ਤਾਂ ਉਹਨਾਂ ਦੀਆਂ ਡੈਡ ਬੋਡੀਜ਼ ਫਿਰ ਕੀ ਭਾਰਤ ਵਾਪਸ ਭੇਜਣ ਦਾ ਵੀ ਤੁਹਾਡੇ ਕੋਲ ਇੰਤਜ਼ਾਮ ਹੈ? ਹਾਂ, ਸਿਰਫ ਭਾਰਤ ਹੀ ਭੇਜਣ ਨਹੀਂ, ਆਪਣਾ ਵਾਹ ਜ਼ਿਆਦਾ ਭਾਰਤਣਾ ਪੈਂਦਾ ਹੈ ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਹੈ। ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ ਬੋਡੀ ਭੇਜਣੀ ਹੈ ਜਾਂ ਲਿਆਉਣੀ ਹੈ, ਇਹ ਸਿਰਫ ਜਿਹੜੇ ਅਰੇਂਜਮੈਂਟ ਨੇ ਇਹ ਫਿਊਨਰਲ ਹੋਮਸ ਦੇ ਥਰੂ ਹੋਣੇ ਨੇ ਜੀ। ਕੋਈ ਡਾਇਰੈਕਟ ਨਹੀਂ ਇਹਨੂੰ ਕਰ ਸਕਦਾ, ਕੋਈ ਇੰਡੀਵਿਜੂਅਲ, ਕੋਈ ਫੈਮਿਲੀ ਨਹੀਂ ਕਰ ਸਕਦੀ, ਬੇਸ਼ੱਕ ਉਹਨਾਂ ਕੋਲ ਆਪਣਾ ਕੋਈ ਜਹਾਜ਼ ਵੀ ਕਿਉਂ ਨਾ ਹੋਵੇ। ਇਹ ਸਾਰੇ ਫਿਊਨਰਲ, ਕਿਉਂਕਿ ਪੇਪਰ ਵਰਕ ਤੇ ਕਾਨੂੰਨ ਬਹੁਤ ਇਨਵੋਲਵ ਹੈ ਜੀ। ਕਿਉਂਕਿ ਜਿਹੜੀਆਂ ਹਿਊਮਨ ਰਿਮੇਨਸ ਨੇ, ਡੈਡ ਬੋਡੀ ਜਿਹਨੂੰ ਕਹਿੰਦੇ ਆ, ਜਾਂ ਈਵਨ ਦਾ ਕ੍ਰੀਮੇਟਡ ਰਿਮੇਨਸ ਜਿਹੜੀਆਂ ਐਸ਼ਜ਼ ਨੇ, ਕਾਨੂੰਨ ਉਹਨੂੰ ਵੀ ਇੱਕ ਹਿਊਮਨ ਬੋਡੀ ਦੀ ਤਰ੍ਹਾਂ ਟਰੀਟ ਕਰਦਾ ਹੈ। ਜਿੰਨੀ ਦੇਰ ਤੱਕ ਅਸੀਂ ਪਾਣੀ 'ਚ ਨਹੀਂ ਵਹਾ ਦਿੰਦੇ, ਉਹ ਇੱਕ ਬੋਡੀ ਜਿਹੜੀ ਹੈ, ਭਾਵੇਂ ਉਹ ਡੈਡ ਬੋਡੀ ਹੈ, ਪਰ ਉਹਨੂੰ ਉਸੇ ਤਰ੍ਹਾਂ ਟਰੀਟ ਕਰਦਾ ਹੈ ਕਿ ਹਿਊਮਨ ਲਾਈਫ ਹੈ। ਸੋ ਬੜੀ ਵੱਡੀ ਜ਼ਿੰਮੇਵਾਰੀ ਹੈ। ਜਦੋਂ ਫਰਜ਼ ਕਰੋ ਕੋਈ ਤੁਹਾਡਾ ਕੁਐਸਚਨ ਹੈ ਕਿ ਇੰਡੀਆ ਬੋਡੀ ਭੇਜਣੀ ਹੈ ਜਾਂ ਲਿਆਉਣੀ ਹੈ, ਇੱਥੇ ਜਦੋਂ ਕਿ ਇਹੋ ਜਿਹਾ ਸਮਾਂ ਕੋ ਆ ਜਾਂਦਾ ਹੈ ਤੇ ਉਹਦੇ ਪਰਿਵਾਰ ਦੇ ਇੱਥੇ ਕੋਈ ਨਹੀਂ। ਲੇਟਲੀ ਪਿਛਲੇ ਸਾਲ ਸਟੂਡੈਂਟਸ ਨਾਲ ਕਾਫੀ ਹੋਇਆ, ਐਤਕੀ ਵੀ ਅਨਫੋਰਚੂਨੇਟਲੀ ਇਹ ਗੱਲਾਂ ਹੋ ਰਹੀਆਂ ਨੇ। ਔਰ ਉਹ ਜਦੋਂ ਸਾਨੂੰ ਅਪਰੋਚ ਕਰਦੇ ਨੇ, ਉਸ ਐਗਜ਼ਾਮਪਲ ਲੈ ਲਓ ਕਿ ਕਿਸੇ ਸਟੂਡੈਂਟ ਦੀ ਡੈਥ ਹੋ ਗਈ ਹੈ ਜੀ, ਉਹਦੇ ਸਟੂਡੈਂਟ ਦਾ ਬੱਚੇ ਦਾ ਕੋਈ ਨਹੀਂ ਇੱਥੇ। ਹੁਣ ਉਹਦੇ ਨਾਲ ਦੇ ਜਿਹੜੇ ਸਟੂਡੈਂਟ ਨੇ ਵਿਚਾਰੇ, ਜਿਹਨਾਂ ਦੀ ਉਮਰ 18-20 ਸਾਲ ਹੈ, ਟੈਂਡਰ ਜੀ ਏਜ ਹੈ, ਬੜੇ ਘਬਰਾਏ, ਉਹ ਸਾਡੇ ਕੋਲ ਆਉਂਦੇ ਨੇ। ਸਭ ਤੋਂ ਸਾਡਾ ਪਹਿਲਾ ਸਟੈਪ ਹੈ ਕਿ ਇਹਨਾਂ ਦੇ ਪੇਰੈਂਟਸ ਦੇ ਕੋਲੋਂ ਇਜਾਜ਼ਤ ਸਾਨੂੰ ਚਾਹੀਦੀ ਹੈ। ਉਹ ਜਿਹੜਾ ਬੰਦਾ ਸਾਡੇ ਕੋਲ ਆਉਂਦਾ ਆ, ਪੇਰੈਂਟਸ ਉਹਨੂੰ ਆਥੋਰਾਈਜ਼ ਕਰਨ, ਜਾਂ ਕਿਸੇ ਨੂੰ ਵੀ ਆਥੋਰਾਈਜ਼, ਜਾਂ ਸਾਨੂੰ ਵੀ ਕਰ ਦੇਣ। ਉੱਥੇ ਵਕੀਲ ਦੇ ਕੋਲੋਂ ਨੋਟਰਾਈਜ਼ ਕਰਵਾ ਕੇ, ਵਿਟਨੈਸ ਕਰਵਾ ਕੇ, ਫਿਰ ਅਸੀਂ ਉਹ ਫਿਊਨਰਲ ਅਰੇਂਜਮੈਂਟ, ਫਿਰ ਅਸੀਂ ਉਹ ਬੋਡੀ ਲਿਆ ਕੇ ਜੀ ਉਹਦੇ ਡੈਥ ਸਰਟੀਫਿਕੇਟ ਅਪਲਾਈ ਕਰੀਦੇ ਨੇ। ਫਿਰ ਅਸੀਂ ਕੌਂਸਲਰ ਜਨਰਲ ਆਫ ਇੰਡੀਆ ਕੋਲ ਜਾਈਦਾ ਔਰ ਉਹਨਾਂ ਕੋਲ ਆਥੋਰਾਈਜ਼ੇਸ਼ਨ ਲਈਦੀ ਹੈ। ਫਿਰ ਉਹ ਜੇ ਬਰੈਂਪਟਨ ਦੇ ਵਿੱਚ ਉਹਦੀ ਡੈਥ ਹੋਈ ਹੈ ਤੇ ਅਪੀਲ ਹੈਲਥ ਵਾਲਿਆਂ ਕੋਲ ਚਿੱਠੀ ਲਈਦੀ ਹੈ ਕਿ ਇਹਨੂੰ ਕੋਈ ਇਹੋ ਜਿਹੀ ਡਿਜ਼ੀਜ਼ ਤੇ ਨਹੀਂ ਸੀ, ਕੰਟੇਜੀਅਸ ਡਿਜ਼ੀਜ਼, ਕੱਲ੍ਹ ਨੂੰ ਇੰਡੀਆ ਵਾਲੇ ਬੋਡੀ ਲੈਣ ਤੋਂ ਨਾ ਕਰ ਦੇਣ। ਉਹ ਸਾਰਾ ਪੇਪਰ ਵਰਕ ਫਿਰ ਅਸੀਂ ਜਿਹੜੇ ਬ੍ਰੋਕਰਸ ਨੇ, ਜਿਹੜਾ ਕਾਰਗੋ ਬੁੱਕ ਕਰਦੇ ਨੇ ਜਹਾਜ਼ਾਂ ਦੇ ਵਿੱਚ, ਉਹਨਾਂ ਨੂੰ ਭੇਜਦੇ ਹਾਂ। ਔਰ ਉਹ ਫਿਰ ਦਿੱਲੀ ਤੋਂ ਇਜਾਜ਼ਤ ਲੈਂਦੇ ਨੇ ਕਿ ਇਸ ਫਲਾਈਟ ਦੇ ਵਿੱਚ ਬੋਡੀ ਆ ਰਹੀ ਹੈ, ਤੁਸੀਂ ਇਹਨੂੰ ਲਓਗੇ। ਉੱਧਰੋਂ ਜਦੋਂ ਫਲਾਈਟ ਆਉਂਦੀ ਹੈ ਉਹਨਾਂ ਕੋਲ ਇਨਫੋਰਮੇਸ਼ਨ ਤੇ ਫਿਰ ਅਸੀਂ ਉਹ ਬੋਡੀ ਡਿਲੀਵਰ ਏਅਰਪੋਰਟ ਤੇ ਕਰ ਦਿੰਦੇ। ਇਹ ਟੋਟਲ ਪ੍ਰੋਸੀਜਰ ਨੂੰ ਦੱਸਣਾ ਚਾਹਾਂਗਾ ਕਿ ਇਟਸ ਅਨਫੋਰਚੂਨੇਟ, ਬੜਾ ਦੁਖਦਾਈ ਸਮਾਂ ਹੁੰਦਾ ਹੈ, ਪਰ ਤਕਰੀਬਨ 10 ਦਿਨ 2 ਹਫ਼ਤੇ ਦਾ ਸਮਾਂ ਲੱਗ ਜਾਂਦਾ ਜੀ। ਇੰਨਾ ਲੱਗ ਜਾਂਦਾ। ਮੈਨੂੰ ਪਤਾ ਹੈ ਕਿ ਉੱਥੇ ਪੇਰੈਂਟਸ ਜਾਂ ਪਰਿਵਾਰ ਕਿੰਨੀ ਪੇਨ ਦੇ ਵਿੱਚ, ਤਕਲੀਫ 'ਚ ਆਉਂਦਾ। ਉਹ ਚਾਹੁੰਦੇ ਆ ਵੀ ਚਲੋ ਹੁਣ ਬੋਡੀ ਆ ਜਾਵੇ,
ਪਰ ਅਨਫੋਰਚੂਨਟਲੀ ਹੁਣ ਪਿਛਲੇ ਸਾਲ ਦੀਆਂ ਤਾਂ ਫਲਾਈਟਾਂ ਬੜੀਆਂ ਘੱਟ ਨੇ ਜੀ। ਬਿਲਕੁਲ ਮੇਰਾ ਖਿਆਲ 3 에ਅਰਲਾਈਨਸ ਜਾਂਦੀਆਂ ਨੇ ਇੰਡੀਆ ਨੂੰ, ਤੇ ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਹੀ 에ਅਰਲਾਈਨ ਬੋਡੀਜ਼ ਲੈ ਕੇ ਜਾਂਦੀ ਹੈ, ਇਸ ਕਰਕੇ ਸਮਾਂ ਅੱਗੇ ਨਾਲ ਥੋੜਾ ਵੱਧ ਲੱਗ ਰਿਹਾ ਹੈ। ਕੀ ਸਿਰਫ ਤੁਸੀਂ ਆਪਣੀ ਪ੍ਰੋਵਿੰਸ ਦੇ ਵਿੱਚ ਹੋਈਆਂ ਜਿਹੜੀਆਂ ਡੈਥਸ ਨੇ ਉਹਨਾਂ ਦੇ ਲਈ ਹੀ ਤੁਸੀਂ ਆਥੋਰਾਈਜ਼ਡ ਹੋ? ਜੇਕਰ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਕੋਈ ਡੈਥ ਹੋ ਜਾਂਦੀ ਆ, ਉਹ ਤੁਹਾਡੇ ਨਾਲ ਕੰਟੈਕਟ ਕਰਦੇ ਨੇ ਕਿ ਜੇ ਤੁਹਾਡੀ ਡੈਡ ਬੋਡੀ ਤੁਹਾਡੇ ਤੱਕ ਲੈ ਕੇ ਆਉਣ ਤੇ ਤੁਸੀਂ ਅੱਗੇ ਵੀ ਇੰਡੀਆ ਸੈਂਡ ਕਰ ਸਕਦੇ ਹੋ? ਇਹ ਬੜਾ ਤੁਹਾਡਾ ਵਧੀਆ ਸਵਾਲ ਹੈ ਜੀ, ਕਿ ਕਈ ਵਾਰੀ ਇਹ ਗੱਲ ਹੋ ਚੁੱਕਾ ਹੈ ਕਿ BC ਦੇ ਵਿੱਚ ਕਿਸੇ ਦੀ ਡੈਥ ਹੋ ਗਈ ਆ, ਜਾਂ ਅਲਬਰਟਾ 'ਚ ਹੋਈ ਆ, ਜਾਂ ਕਿਊਬੈਕ ਦੇ ਵਿੱਚ ਹੋਈ ਹੈ, ਉਹ ਬੋਡੀ ਇੰਡੀਆ ਭੇਜਣਾ ਚਾਹੁੰਦੇ ਆ। ਉਹ ਉੱਥੋਂ ਉਸ ਪ੍ਰੋਵਿੰਸ ਤੋਂ ਇੱਥੇ ਬੋਡੀ ਲਿਆਉਣ ਨੂੰ ਵੀ ਉਹੀ ਪ੍ਰੋਸੀਜਰ ਆ ਜਿਹੜਾ ਇੱਥੋਂ ਇੰਡੀਆ ਨੂੰ ਭੇਜਣ ਨੂੰ ਆ। ਓਕੇ। ਸੋ ਕਈ ਵਾਰੀ ਡੈਥ ਕੋਈ ਫਰਜ਼ ਕਰੋ ਅਲਬਰਟਾ 'ਚ ਹੋ ਗਈ ਜਾਂ BC ਦੇ ਵਿੱਚ ਹੋ ਗਈ, ਉਹ ਕਹਿੰਦੇ ਜੀ ਅਸੀਂ ਤੁਹਾਡੇ ਕੋਲ ਤੁਸੀਂ ਬੋਡੀ ਲੈ ਆਓ। ਅਸੀਂ ਕਹਿੰਦੇ ਨਹੀਂ, ਇੱਦਾਂ ਨਾ ਤੁਸੀਂ ਕਰੋ। ਉਹ ਤੋਂ ਅਸੀਂ ਸਾਰਾ ਪੇਪਰ ਵਰਕ ਫਿਊਨਰਲ ਹੋਮ ਵਾਲਿਆਂ ਕਰਕੇ 에ਅਰਲਾਈਨ ਬੁੱਕ ਕਰਕੇ ਇੱਥੇ ਆਏਗੀ, ਫਿਰ ਸਾਨੂੰ ਉਹ ਬੁਕਿੰਗ ਦੁਬਾਰਾ ਕਰਾਉਣੀ ਪਏਗੀ, ਉਹ ਟਾਈਮ ਜ਼ਿਆਦਾ ਲੱਗੇਗਾ ਜੀ। ਦੂਸਰੀ ਗੱਲ ਇਹ ਆ ਕਿ ਫਰਜ਼ ਕਰੋ ਇੰਡੀਆ ਬੋਡੀ ਜਾਣੀ ਹੈ, ਆਪਾਂ ਜਿਹੜਾ ਸਾਡਾ ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਵਾਲਾ ਹੈ, ਇਹ 2 ਸੂਬਿਆਂ ਨੂੰ ਸਰਵ ਕਰਦਾ ਜੀ, ਅੰਟਾਰੀਓ ਨੂੰ ਤੇ ਮੈਨੀਟੋਬਾ ਨੂੰ, ਵਿਨੀਪੈਗ ਨੂੰ। ਸਸਕੈਚੁਅਨ, ਅਲਬਰਟਾ ਤੇ BC ਉਹਨਾਂ ਨੂੰ ਵੈਨਕੂਵਰ ਜਾਣਾ ਪੈਂਦਾ। ਸੋ ਮੌਂਟਰੀਅਲ ਤੇ ਜਾਂ ਜਿਹੜਾ ਈਸਟਰਨ ਕੈਨੇਡਾ ਆ ਤੇ ਜਾਂ ਆਟਵਾ, ਉਹਨੂੰ ਆਟਵਾ ਸਰਵ ਕਰਦਾ ਜੀ। ਇਸ ਕਰਕੇ ਉਹਨਾਂ ਨੂੰ ਉਹਨਾਂ ਦੇ ਥਰੂ ਹੀ ਜਾਣਾ ਪਏਗਾ। ਸੋ ਉਹ ਕੋਈ ਫਾਸਟ ਟਰੈਕ ਨਹੀਂ ਹੈ ਕਿ ਜੇ BC 'ਚ ਕਿਸੇ ਦੀ ਡੈਥ ਹੋ ਗਈ ਆ ਜਾਂ ਅਲਬਰਟਾ 'ਚ ਤੇ ਫਿਰ ਅਸੀਂ ਇੱਥੇ ਲੈ ਆਈਏ, ਕੋਈ ਫਾਸਟ ਟਰੈਕ ਨਹੀਂ ਹੈ। ਉੱਥੇ ਦੇ ਲੋਕਲ ਫਿਊਨਰਲ ਹੋਮ ਦੇ ਨਾਲ ਹੀ ਉਹਨਾਂ ਨੂੰ ਕੰਟੈਕਟ ਕਰਨਾ ਪਏਗਾ। ਉਂਝ ਕਿਸੇ ਤਰੀਕੇ ਨਾਲ ਫਾਸਟ ਟਰੈਕ ਦੇ ਜ਼ਰੀਏ ਬੋਡੀਜ਼ ਨੂੰ ਭੇਜਿਆ ਜਾ ਸਕਦਾ? ਕੋਈ ਐਵੇਂ ਦਾ ਸਿਸਟਮ ਹੈ ਕਿ ਜਲਦੀ ਜਿਹੜੀਆਂ ਬੋਡੀਜ਼ ਉੱਥੇ ਭੇਜੀਆਂ ਜਾ ਸਕਣ? ਕਈ ਵਾਰੀ ਇੱਦਾਂ ਹੁੰਦਾ ਕਿ ਕੋਈ ਬੋਡੀ ਜ਼ਿਆਦਾ ਰੱਖਣ ਵਾਲੀ ਨਹੀਂ ਹੁੰਦੀ। ਉਹ ਇੱਕ ਤੇ ਤੁਹਾਡਾ 2 ਸਵਾਲ ਹੈ ਜੀ। ਇੱਕ ਤੇ ਤੁਸੀਂ ਕਹਿੰਦੇ ਵੀ ਬੋਡੀ ਜ਼ਿਆਦਾ ਰੱਖਣ ਵਾਲੀ ਨਹੀਂ, ਉਹ ਤੇ ਜੇ ਤੇ ਬਿਲਕੁਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਬੋਡੀ ਨਹੀਂ ਜਾਣ ਵਾਲੀ, ਫਰਜ਼ ਕਰੋ ਇਟਸ ਸੋ ਅਨਫੋਰਚੂਨੇਟ, ਅਸੀਂ ਮਾਫੀ ਚਾਹਾਂਗੇ, ਸਾਨੂੰ ਇਹ ਗੱਲਾਂ ਕਰਨੀਆਂ ਪੈ ਰਹੀਆਂ ਜੀ ਕੈਮਰੇ ਤੇ, ਪਰ ਸਵਾਲ ਬੜੇ ਸੈਂਸਿਟਿਵ ਨੇ ਔਰ ਜ਼ਰੂਰੀ ਨੇ ਜਾਣਨ ਵਾਸਤੇ, ਕਿਉਂਕਿ ਜੀਵਨ ਦੀਆਂ ਸੱਚਾਈਆਂ ਨੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਫਰਜ਼ ਕਰੋ ਕੋਈ ਬੋਡੀ ਬਰਨ ਹੋਈ ਹੈ ਬੈਡਲੀ, ਹਾਂਜੀ, ਤੇ ਉਹਦਾ ਕੋਈ ਪਤਾ ਹੀ ਨਹੀਂ ਲੱਗਦਾ, ਉਹ ਅਸੀਂ ਪਹਿਲਾਂ ਦੱਸਦੇ ਵੀ ਹੁਣ ਇੰਡੀਆ ਆਉਣ ਵਾਲੀ ਨਹੀਂ ਹੈ, ਜਾਂ ਉਹ ਬੋਡੀ ਦਾ ਐਕਸੀਡੈਂਟ ਇੰਨਾ ਮਾੜਾ, ਉਹ ਕ੍ਰਸ਼ਡ ਹੋ ਗਈ ਆ, ਉਹਦਾ ਕੋਈ ਫੇਸ ਵੀ ਨਹੀਂ, ਕੁਝ ਵੀ ਨਹੀਂ ਹੈ, ਉਹਦਾ ਵੀ ਦੱਸ ਦਿੰਦੇ ਕਿ ਨਹੀਂ ਇਹ ਨਹੀਂ ਆ ਸਕੇਗੀ। ਅਦਰਵਾਈਜ਼ ਜੇ ਵੈਸੇ ਕੋਈ ਡੈਥ ਹੋਈ ਹੈ, ਕੋਈ ਸੁਸਾਈਡ ਕੇਸ ਹੈ ਜਾਂ ਮਰਡਰ ਹੈ, ਉਹਦਾ ਬੜੇ ਅੱਛੇ ਤਰੀਕੇ ਦੇ ਨਾਲ ਇੱਥੇ ਪ੍ਰੋਫੈਸ਼ਨਲਸ ਨੇ ਜਿਹੜੀ ਸਾਡੇ ਕੋਲ, ਉਹਦੀ ਟ੍ਰੀਟਮੈਂਟ ਕਰ ਲੈਂਦੇ ਨੇ, ਜਿਹਨੂੰ ਐਮਬਾਲਮ ਕਹਿੰਦੇ ਨੇ ਇੰਟਰਨੈਸ਼ਨਲ ਸਟੈਂਡਰਡ ਦੀ। ਉਹ ਬੋਡੀ ਖਰਾਬ ਨਹੀਂ ਹੁੰਦੀ ਜੀ, ਭਾਵੇਂ 2-3 ਮਹੀਨੇ ਬਾਹਰ ਵੀ ਪਈ ਰਵੇ, ਖਰਾਬ ਨਹੀਂ ਹੁੰਦੀ। ਦੂਸਰਾ ਤੁਹਾਡਾ ਸਵਾਲ ਕੋਈ ਫਾਸਟ ਟਰੈਕ ਕਰਨ ਦਾ, ਸਾਡਾ ਮੈਂ ਕਈ ਵਾਰੀ ਗਵਰਨਮੈਂਟ ਆਫ ਅੰਟਾਰੀਓ ਨੂੰ ਇਹ ਅਪਰੋਚ ਕਰ ਚੁੱਕਾ, ਅੱਜ ਫਿਰ ਵੀ ਆਪਣਾ ਪ੍ਰੋਗਰਾਮ ਵਾਚ ਕਰਦੇ ਨੇ। ਉਹ ਇਹ ਆ ਕਿ ਜਦੋਂ ਅਸੀਂ ਡੈਥ ਸਰਟੀਫਿਕੇਟ ਅਪਲਾਈ ਕਰੀਦੇ ਨੇ ਟੋਰਾਂਟੋ ਜਾ ਕੇ, ਉਹ ਥੰਡਰ ਵੇ ਤੋਂ ਆਉਂਦੇ ਨੇ, 3 ਦਿਨ ਲਾਉਂਦੇ ਨੇ ਜੀ। ਤੇ ਕਿਉਂ ਨਹੀਂ ਸਾਨੂੰ ਫੈਸਿਲਿਟੀ ਇੱਥੇ ਉਹ ਐਮਰਜੈਂਸੀ ਲਈ ਪ੍ਰੋਵਾਈਡ ਕਰਤੀ ਜਾਵੇ, ਜਿੱਦਾਂ ਆਪਣੀ ਪਾਸਪੋਰਟ ਦੀਆਂ ਵੀਜ਼ਾ ਸਰਵਿਸ ਐਮਰਜੈਂਸੀ ਨੇ, 24 ਆਵਰਸ ਨੇ। ਤੇ ਫਰਜ਼ ਕਰੋ ਇੱਥੇ ਡੈਥ ਕੇਸ ਦੀ ਥਰਸਡੇ ਹੋ ਗਈ ਤੇ ਅਸੀਂ ਫਰਾਈਡੇ ਜਾ ਕੇ ਅਪਲਾਈ ਕੀਤਾ, ਫਿਰ ਸੈਟਰਡੇ ਸੰਡੇ ਆ ਗਿਆ, ਮੰਡੇ ਟਿਊਜ਼ਡੇ, ਇਹ 5-6 ਦਿਨ ਤੇ ਲੰਘ ਗਏ। ਇੱਥੇ ਸਰਵਿਸ ਕੋਈ ਇਹੋ ਜਿਹੀ ਹੋਣੀ ਚਾਹੀਦੀ ਆ ਵੀਕਐਂਡ ਤੇ ਜਾਂ 24 ਆਵਰ। ਜੇ ਅੱਜ ਕਿਸ ਦੀ ਡੈਥ ਹੋਈ ਆ ਤੇ ਅੱਜ ਹੀ ਸਾਨੂੰ ਉਹ ਡੈਥ ਸਰਟੀਫਿਕੇਟ ਇਸ਼ੂ ਕਰ ਦੇਣ, ਉਹਦੇ ਨਾਲ 4-5 ਦਿਨ, ਇਹ ਤੁਹਾਡਾ ਬਹੁਤ ਅੱਛਾ ਸਵਾਲ ਸੀਗਾ, ਉਹਦੇ ਨਾਲ ਫਾਸਟ ਟਰੈਕਿੰਗ ਹੋ ਸਕਦੀ ਹੈ। ਅਸੀਂ ਗਵਰਨਮੈਂਟ ਨੂੰ ਅੱਗੇ ਵੀ ਅਪੀਲ ਕੀਤੀ, ਹੁਣ ਫੇਰ ਕਰਾਂਗੇ, ਤਾਂ ਕਿ ਉਹ ਇਸ ਦੁੱਖ ਨੂੰ ਸਮਝਣ ਕਿ ਕਿਸੇ ਪਰਿਵਾਰ ਵਾਲੇ ਕਿੰਨੇ ਦੁੱਖ ਦੇ ਵਿੱਚ ਨੇ, ਤਾਂ ਕਿ ਘੱਟੋ ਘੱਟ ਉਹਦਾ ਸਮਾਂ ਬਚ ਸਕੇ। ਡੈਡ ਬੋਡੀ ਭੇਜਣ ਦਾ ਖਰਚਾ ਕਿੰਨਾ ਕੁ ਆ ਜਾਂਦਾ ਹੈ? ਖਰਚਾ ਇਹਦਾ ਤਕਰੀਬਨ ਤੁਸੀਂ ਮਿਲ ਕੇ ਚਲੋ 10 ਤੋਂ 12 ਹਜ਼ਾਰ ਹੈ ਜੀ, ਕਿਉਂਕਿ ਬੋਡੀ ਕਾਰਗੋ ਦੇ ਵਿੱਚ ਜਾਣੀ ਹੁੰਦੀ ਆ ਤੇ ਉਹ weight ਉਹਦਾ ਬਕਸੇ ਦਾ ਕਰਕੇ ਫਿਰ ਉਹਨੇ ਸਾਨੂੰ ਇਨਵਾਇਸ ਭੇਜਣੀ ਹੁੰਦੀ ਹੈ। ਇਟ ਡਿਪੈਂਡਸ ਔਨ ਦਾ ਕੈਸਕਟ, ਉਹਦਾ ਭਾਰ ਕਿੰਨਾ ਹੈ, ਡਿਪੈਂਡਸ ਔਨ ਦਾ ਬੋਡੀ weight ਉਹਦਾ। ਹੋ ਸਕਦਾ ਬੋਡੀ weight ਕਿਸੇ ਦਾ 100-125 ਪਾਉਂਡ ਵੀ ਹੋ ਸਕਦਾ ਕਿਸੇ ਦਾ 300 ਪਾਉਂਡ ਵੀ ਹੋਵੇ। ਸੋ weight ਦੇ ਹਿਸਾਬ ਨਾਲ ਉਹ ਬਾਅਦ 'ਚ ਸਾਨੂੰ ਜਿਹੜੀ ਇਨਵਾਇਸ ਕਰਦੇ ਨੇ। ਔਰ ਦੂਸਰਾ, ਸਾਡੇ ਕੋਲ ਸਾਡੀ ਸਰਵਿਸ ਤੇ ਨਹੀਂ, ਪਰ ਦਿੱਲੀ ਦੇ ਵਿੱਚ ਅਸੀਂ ਅਰੇਂਜਮੈਂਟ ਕੀਤਾ ਹੈ ਕਿ ਉਹ ਬੋਡੀ ਉੱਥੋਂ ਘਰ ਤੁਹਾਡੇ ਛੱਡ ਆਉਂਦੇ, ਉਹਨਾਂ ਦੀ ਆਪਣੀ ਕਾਸਟ ਹੈ, ਫੈਮਿਲੀ ਨੇ ਉਹਨਾਂ ਨਾਲ ਆਪਣੀ ਗੱਲ ਕਰਾ ਕੇ, ਜੇ ਫੈਮਿਲੀ ਚਾਹਵੇ ਕਿ ਦਿੱਲੀ ਆ ਕੇ ਉਹਨਾਂ ਨੇ ਆਪਣੀ ਬੋਡੀ ਆਪ ਉਹਨਾਂ ਦੀ ਪਿਕ ਕਰਨੀ ਹੈ ਤੇ ਉਹ ਵੀ ਕਰ ਸਕਦੇ ਨੇ। ਪਰ ਪਰਿਵਾਰ ਐਸੇ ਹਾਲਾਤ 'ਚ ਹੁੰਦੇ ਨੇ, ਉਹ ਕਸਟਮ ਦੇ ਵਿੱਚ ਜਾ ਕੇ, ਇਮੀਗ੍ਰੇਸ਼ਨ, ਤੁਹਾਨੂੰ ਪਤਾ ਹੀ ਹੈ ਸਿਸਟਮ ਕਿੱਦਾਂ ਦਾ ਉੱਥੇ ਹੈਗਾ ਆ। ਜਿਹੜੀਆਂ ਸਰਵਿਸ ਅਸੀਂ ਜਿਹਨਾਂ ਦੇ ਨਾਲ ਕੰਮ ਕਰਦੇ ਹਾਂ, ਉਹ ਉਹਨਾਂ ਦਾ ਰੋਜ਼ ਦਾ ਕੰਮ ਹੈ ਜੀ। ਉਹ ਬੋਡੀ ਪੰਜਾਬ ਤੋਂ ਲਿਆ ਕੇ ਦਿੱਲੀ ਲਿਆ ਕੇ ਇੰਬੋਮ ਕਰਾ ਕੇ, ਜੋ ਅਸੀਂ ਜਿਵੇਂ ਭੇਜਦੇ ਹਾਂ ਉਹ ਸਾਡੇ ਕੋਲ ਭੇਜਦੇ ਵੀ ਨੇ ਤੇ ਉਹ ਘਰ ਵੀ ਛੱਡ ਆਉਂਦੇ ਨੇ।
ਤੁਸੀਂ ਗੱਲ ਕੀਤੀ ਓਨਟਾਰੀਓ ਸਰਕਾਰ ਤੋਂ ਵੀ ਜਿਹੜੀਆਂ ਚੀਜ਼ਾਂ ਇਸ ਵਕਤ ਤੁਸੀਂ ਮੰਗ ਕੀਤੀ ਆ, ਇੰਡੀਅਨ ਕੌਂਸੂਲੇਟ ਦੀ ਗੱਲ ਕਰੀਏ ਕਿ ਉੱਥੋਂ ਪੂਰਾ ਸਹਿਯੋਗ ਮਿਲਦਾ ਜਾਂ ਉੱਥੇ ਵੀ ਕੋਈ ਪ੍ਰੋਬਲਮਸ ਫੇਸ ਕਰਨੀਆਂ ਨਹੀਂ, ਪੈਂਦੀਆਂ? ਇੰਡੀਆ ਗਵਰਨਮੈਂਟ ਤੋਂ ਕੋਈ ਪ੍ਰੋਬਲਮ ਨਹੀਂ ਜੀ। ਉਹ ਤੇ ਇੰਨੇ ਅੱਛੇ ਨੇ ਜੀ। ਕਈ ਵਾਰੀ ਸਾਨੂੰ ਲੋੜ ਜੇ ਵੀਕਐਂਡ ਤੇ ਵੀ ਪਈ ਆ ਨਾ, ਸੈਟਰਡੇ ਸੰਡੇ ਵੀ, ਵੀ ਤੁਸੀਂ ਇਹ ਪਲੀਜ਼ ਸਾਡੇ ਆ ਪੇਪਰ ਵਰਕ ਕਰ ਦਿਓ ਤਾਂ ਕਿ ਉਹ ਸਾਡਾ 1-2 ਦਿਨ ਬਚ ਜਾਣ, ਕਿਉਂਕਿ ਮੰਡੇ ਨੂੰ ਅਸੀਂ ਫਲਾਈਟ ਬੁੱਕ ਕਰਵਾ ਦਈਏ, ਤੇ ਉਹ ਕਰ ਦਿੰਦੇ ਨੇ। ਔਰ ਜਦੋਂ ਵੀ ਮੈਂ ਖੁਦ ਪੇਪਰ ਵਰਕ ਕੇ ਲੈ ਕੇ ਜਾਂਦਾ ਜੀ, ਕਦੀ ਵੀ ਮੇਰਾ ਖਿਆਲ ਹੈ ਕਿ ਮੈਨੂੰ ਅੱਧੇ ਪੌਣੇ ਘੰਟੇ ਤੋਂ ਜ਼ਿਆਦਾ ਉੱਥੇ ਵੇਟ ਕਰਨੀ ਨਹੀਂ ਪੈਂਦੀ। ਪ੍ਰਾਇੋਰਟੀ ਬੇਸ ਤੇ ਉਹ ਕਰਦੇ ਨੇ। ਇਹ ਪਾਕਿਸਤਾਨ ਵੀ ਕਈ ਅਸੀਂ ਬੋਡੀ ਭੇਜੀਆਂ, ਉਹ ਵੀ ਅੱਛਾ ਕਰਦੇ ਨੇ। ਉਹ ਪਾਕਿਸਤਾਨ ਵੈਸੇ ਜਿਹੜੀ ਉਹਨਾਂ ਦੀ 에ਅਰਲਾਈਨ ਆ, ਉਹ ਬੋਡੀ ਫ੍ਰੀ ਲੈ ਕੇ ਜਾਂਦੀ ਹੈ ਜੀ। ਓਕੇ। ਉਹਨਾਂ ਦੀਆਂ ਜਿਹੜੀ PIA ਹੈ ਨਾ, ਉਹ ਜੇ ਕੋਈ ਪਾਕਿਸਤਾਨੀ ਨੈਸ਼ਨਲ ਹੈ ਤੇ ਉਹ ਫ੍ਰੀ ਆਫ ਕਾਸਟ, ਉਹਨਾਂ ਦਾ ਆਪਣੇ ਰੂਲਸ ਰੈਗੂਲੇਸ਼ਨਸ ਨੇ। ਪਰ ਗਵਰਨਮੈਂਟ ਆਫ ਇੰਡੀਆ ਇੱਥੇ ਕੌਂਸਲਰ ਜਨਰਲ ਇਜ਼ ਵੈਰੀ ਹੈਲਪਫੁਲ ਵੈਨ ਇਟ ਕਮਸ ਟੂ ਸ਼ਿਪਿੰਗ ਆਊਟ ਦਾ ਬੋਡੀਜ਼। ਇਹ ਕਾਫੀ ਸਹਿਯੋਗ ਹੈ ਜੀ। ਇਹ ਦੁੱਖ ਵੀ ਮਹਿਸੂਸ ਕਰਦੇ ਨੇ ਔਰ ਕਈ ਵਾਰੀ ਸਾਨੂੰ ਆਪ ਵੀ ਉਹ ਫੋਨ ਕਰਕੇ ਪੁੱਛਦੇ ਦੱਸਦੇ ਨੇ ਕਿ ਸਾਨੂੰ ਪਿੱਛੋਂ ਈਮੇਲ ਆਈ ਹੈ ਜੀ ਪਰਿਵਾਰ ਵੱਲੋਂ, ਵੀ ਦੱਸੋ ਕਿੰਨੀ ਦੇਰ ਲੱਗੇਗੀ। ਇਹਦੇ ਵਿੱਚ ਇੱਕ ਮੈਂ ਗੱਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜੇਕਰ ਕਿਸੇ ਕੋਲ ਪੈਸੇ ਨਹੀਂ ਹੈਗੇ ਕਿ ਆ ਸਾਰਾ ਖਰਚਾ ਚੱਕ ਸਕਣ, ਫਿਰ ਇਹਦੇ ਵਿੱਚ ਤੁਸੀਂ ਜਾਂ ਇੰਡੀਅਨ ਕੌਂਸਲੇਟ ਕਿਸੇ ਪ੍ਰਕਾਰ ਦੀ ਕੋਈ ਹੈਲਪ ਕਰਦੇ ਨੇ? ਦੂਜਾ ਮੇਰਾ ਸਵਾਲ ਇਹ ਹੈ ਕਿ GoFundMe ਬਹੁਤ ਚੱਲਦੇ ਆ, ਚਾਹੇ ਉਹ ਸਟੂਡੈਂਟਸ ਲਈ ਹੋਣ ਜਾਂ ਕਈ ਅਜਿਹੇ ਲੋਕਾਂ ਲਈ ਜਿਹੜੇ ਕਿ ਪੂਰਾ ਖਰਚਾ ਨਹੀਂ ਦੇ ਸਕਦੇ ਹੈਗੇ। ਸੋ ਕੀ ਉਸ ਤਰੀਕੇ ਦੇ ਨਾਲ GoFundMe ਤੋਂ ਸਹਿਯੋਗ ਲਿਆ ਜਾਂਦਾ ਜਾਂ ਆਪਣੇ ਬਿਹਾਫ ਤੇ ਵੀ ਤੁਸੀਂ ਕੋਈ ਹੈਲਪ ਕਰਦੇ ਹੋ? ਬੜਾ ਤੁਹਾਡਾ ਅੱਛਾ ਸਵਾਲ ਹੈ ਜੀ। ਦੇਖੋ, ਜਿੰਨੀ ਕੁ ਸਾਡੇ ਕੋਲ ਹੈਲਪ ਹੋ ਸਕਦੀ ਆ ਫਾਈਨੈਂਸ਼ੀਅਲੀ, ਉਹ ਵੀ ਅਸੀਂ ਕਰਦੇ ਹਾਂ। ਡਿਪੈਂਡਸ ਕਿ ਉਹਨਾਂ ਦੀ ਸਿਚੁਏਸ਼ਨ ਕੀ ਆ, ਜਿਹਦੀ ਡੈਥ ਹੋ ਗਈ ਹੈ ਜਾਂ ਪਰਿਵਾਰ ਦੀ। ਔਰ ਦੂਸਰਾ ਸਾਡੇ ਵੱਲੋਂ ਸਹਿਯੋਗ ਤੇ ਹੈਲਪ ਇਹ ਹੈ ਕਿ ਉਹ ਸਾਰਾ ਹੀ ਕੰਮ ਜਿਹੜਾ ਸ਼ਿਪ ਆਊਟ ਦਾ ਆ, ਉਹ ਮੈਂ ਖੁਦ ਕਰਦਾ ਨਹੀਂ। ਤੇ ਸਰਟੀਫਿਕੇਟ ਜਾ ਕੇ ਅਪਲਾਈ ਕਰਨੇ, ਉਹ ਇਸੇ ਕਰਕੇ ਹੀ ਹੈ ਕਿ ਜੇ ਮੇਰਾ ਸਟਾਫ ਬਿਜ਼ੀ ਆ ਤਾਂ ਮੈਂ ਵੇਟ ਕਰਾਂ ਵੀ ਕੱਲ ਨੂੰ ਇਹ ਟਾਈਮ ਲੱਗੇ, ਕੱਲ ਨੂੰ ਜਾਣਗੇ, ਉਹ ਮੈਂ ਕਰਦਾ। ਦੂਸਰਾ, ਜੇ ਸਟੂਡੈਂਟ ਆ ਕੋਈ, ਤੇ ਬਹੁਤੇ ਸਟੂਡੈਂਟਸ ਜਿਹੜੀ ਹੈ ਨਾ, ਜਿਸ ਇੰਸਟੀਚਿਊਟ ਦੇ ਵਿੱਚ ਪੜ੍ਹਨ ਆਏ ਨੇ, ਉਹਨਾਂ ਦੀ ਇੰਸ਼ੋਰੈਂਸ ਹੈ ਜੀ। ਹਾਂ, ਕਈਆਂ ਦੀ ਫੁੱਲ ਕਵਰੇਜ ਹੈ ਤੇ ਕਈਆਂ ਦੀ $5,000 ਹੈ, ਕਈਆਂ ਦੀ $3,500 ਹੈ। ਉਹ ਸਭ ਤੋਂ ਪਹਿਲਾਂ ਅਸੀਂ ਪੁੱਛ ਲੈਂਦੇ ਆ ਵੀ ਜੇ ਸਟੂਡੈਂਟ ਸਟਿਲ ਇਨਰੋਲਡ ਹੈ, ਜਾਂਦਾ ਹੈ ਉੱਥੇ, ਤੇ ਫਿਰ ਉਹ ਕਾਲਜ ਦੀ ਸਾਨੂੰ ਇਨਫੋਰਮੇਸ਼ਨ ਦੇ ਦਿਓ, ਅਸੀਂ ਉਹਨਾਂ ਨਾਲ ਫਿਰ ਉਹ ਸਾਨੂੰ ਦੱਸ ਦਿੰਦੇ ਵੀ ਅਸੀਂ ਇੰਨਾ ਕਵਰ ਕਰਨਾ ਹੈ। ਦੂਸਰੀ ਗੱਲ ਵੀ ਜੇ ਪਰਿਵਾਰ ਦੇ ਕੋਲ ਉੱਥੇ ਪੈਸੇ ਨਹੀਂ, ਤੇ ਉਹ ਉੱਥੇ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਵਿਚਾਰੇ ਇੰਨਾ ਕਰਜ਼ਾ ਚੁੱਕ ਕੇ ਆਉਂਦੇ, ਅਸਲੀਅਤ ਹੈਗੀ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਹੋਣਗੇ 2-4% ਜਿਨ੍ਹਾਂ ਕੋਲ ਬਹੁਤ ਪੈਸੇ ਉੱਥੇ ਹੋਣਗੇ। ਔਰ ਫਿਰ ਉਹਨਾਂ ਨੂੰ ਕੌਂਸਲਰ ਜਨਰਲ ਆਫ ਇੰਡੀਆ ਨੂੰ ਈਮੇਲ ਭੇਜਣੀ ਪਏਗੀ ਉਹਨਾਂ ਦੇ ਪੇਰੈਂਟਸ ਵੱਲੋਂ, ਤੇ ਵੀ ਆ ਸਾਡਾ ਡੈਥ ਹੋ ਗਈ ਹੈ ਜੀ ਬੱਚੇ ਦੀ, ਇਹਨਾਂ ਦੀ ਬੋਡੀ ਅਸੀਂ ਇੰਡੀਆ ਲਿਆਉਣੀ ਚਾਹੁੰਦੇ ਹਾਂ ਤੇ ਸਾਡੀ ਹੈਲਪ ਕੀਤੀ ਹੈ। ਫਿਰ ਉਹ ਹੈਲਪ ਕਰ ਦਿੰਦੇ ਨੇ ਜੀ। ਮੈਂ ਸਮਝਦਾ ਕਿ ਇਹ ਜਿਹੜਾ ਰੂਲ ਹੈ ਸ਼ਾਇਦ ਇਹ ਸਾਰੀਆਂ ਸਰਕਾਰਾਂ ਤੇ ਹੀ ਅਪਲਾਈ ਹੁੰਦਾ ਹੈ, ਕਿਉਂਕਿ ਉਹਨਾਂ ਦੀ ਸ਼ਾਇਦ ਇਹ ਮੋਰਲ ਜ਼ਿੰਮੇਵਾਰੀ ਹੈ ਜਾਂ ਕਾਨੂੰਨੀ ਤੌਰ ਤੇ ਹੈ ਕਿ ਕਿਸੇ ਵੀ ਨੈਸ਼ਨਲ ਦੀ ਕਿਸੇ ਵੀ ਮੁਲਕ 'ਚ ਜਾ ਕੇ ਕਿਸੇ ਕੰਟਰੀ ਦੀ ਹੋ ਜਾਏ ਤੇ ਉਹਨਾਂ ਦਾ ਇਹ ਫਰਜ਼ ਬਣ ਜਾਂਦਾ ਕਿ ਹਿਊਮਨ ਰਿਮੇਨਸ ਵਾਪਸ ਉਹਦੇ ਲਵਡ ਵਨਸ ਨੂੰ ਲਿਆ ਕੇ ਦਿੱਤੀਆਂ ਜਾਣ। ਸੋ ਉੱਥੇ ਵੀ ਕੌਂਸਲ ਜਨਰਲ ਨੂੰ ਕਾਫੀ ਮਦਦ ਕਰਦੇ ਆ। ਤੁਸੀਂ ਸਿਰਫ ਗੋ ਫੰਡ ਦੀ ਗੱਲ ਕਰਦੇ ਆ, ਕਾਫੀ ਵਾਰ ਉਹਦੇ ਜਿਹੜੇ ਸਹਿਯੋਗੀ ਨੇ ਸਟੂਡੈਂਟ ਤੇ, ਆਪਾਂ ਸਟੂਡੈਂਟ ਦੀ ਬਾਰ-ਬਾਰ ਮੈਂ ਗੱਲ ਕਰਦਾ ਜੀ, ਕਿਉਂਕਿ ਜੇ ਕੋਈ ਸਿਆਣਾ ਹੈ ਤੇ ਉਹ ਤੇ ਚਲੋ ਬੋਡੀ ਇੱਥੇ ਕ੍ਰਿਮੇਸ਼ਨ ਕਰ ਸਕਦੇ, ਬੱਚਿਆਂ ਦਾ ਜ਼ਿਆਦਾ ਉਹਨਾਂ ਨੂੰ ਹੁੰਦਾ ਹੈ ਜੀ, ਪੇਰੈਂਟਸ ਨੂੰ, ਤੇ ਉਹ ਗੋ ਫੰਡ ਵੀ ਲੋਕ ਕਰਦੇ ਨੇ। ਔਰ ਕੌਂਸਲਰ ਜਨਰਲ ਵਾਲੇ ਤੇ ਇੱਥੋਂ ਤੱਕ ਵੀ ਸਹਿਯੋਗ ਦਿੰਦੇ ਨੇ ਵੀ ਚਲੋ ਅਸੀਂ ਇਹਨਾਂ ਦੇ ਪੈਸੇ ਲਾ ਦਿੰਦੇ ਆ, ਤਾਂ ਉਹ ਪੈਸੇ ਜੇ ਕਿਸੇ ਨੇ ਇਕੱਠੇ ਕੀਤੇ ਆ, ਉਹ ਕਿਸੇ ਨੂੰ ਡਿਸਕਰੇਜ ਨਹੀਂ ਕਰਦੇ, ਨਾ ਕਰ ਸਕਦੇ, ਨਾ ਅਸੀਂ ਕਰਦੇ ਹਾਂ ਜੀ। ਨਾ ਅਸੀਂ ਕਹਿ ਸਕਦੇ ਕਿਸੇ ਨੂੰ ਵੀ ਗੋ ਐਂਡ ਰੇਜ਼ ਦਾ ਫੰਡਸ ਔਰ ਨਾਟ ਟੂ ਰੇਜ਼ ਦਾ ਫੰਡਸ, ਇਹ ਉਹਨਾਂ ਦੀ ਮਰਜ਼ੀ ਹੈ। ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਜੇ ਗਵਰਨਮੈਂਟ ਆਫ ਇੰਡੀਆ ਨੇ ਉਹ ਪੈਸੇ ਸਾਰਾ ਖਰਚਾ ਚੱਕ ਲਿਆ ਤੇ ਤੁਸੀਂ ਘੱਟੋ ਘੱਟ ਪੇਰੈਂਟਸ ਨੂੰ ਭੇਜ ਦਿਓ। ਮੈਂ ਪਿੱਛੇ ਜੇ ਸੁਣਿਆ ਹੈ ਕੋਈ ਇਹੋ ਜਿਹੀਆਂ ਵੀ ਗੱਲਾਂ ਹੋਈਆਂ ਨੇ ਕਿ ਲੋਕ ਇਹੋ ਜਿਹੇ ਫੰਡ ਰੇਜ਼ ਹੋਏ ਨੇ ਕਿ ਪੈਸੇ ਪ੍ਰੋਪਰ ਹੱਥਾਂ ਦੇ ਵਿੱਚ ਨਹੀਂ ਗਏ। ਪਰ ਮੈਂ ਇਹੀ ਕਹਾਂ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ। ਜੇ ਕਿਸੇ ਦੇ ਨਾਂ ਤੇ ਬੱਚੇ ਦੇ ਕੋਈ ਪੈਸੇ ਇਕੱਠੇ ਕੀਤੇ ਨੇ ਤੇ ਘੱਟੋ ਘੱਟ ਉਹਦੇ ਪੇਰੈਂਟਸ ਨੂੰ ਉਹ ਭੇਜ ਦਿੱਤੇ ਜਾਣ ਜੀ। ਹਾਂ, ਇੱਕ ਗੱਲ ਮੈਂ ਹੋਰ ਦੱਸਾਂਗਾ ਜੀ ਕਿ ਮੇਰੇ ਕੋਲ ਪਿਛਲੇ 9-10 ਸਾਲਾਂ ਦੇ ਵਿੱਚ ਕੁਝ ਸੱਜਣਾਂ ਦੇ ਇਹੋ ਜਿਹੇ ਫੋਨ ਵੀ ਉਹਨਾਂ ਨੇ ਮੈਨੂੰ ਦਿੱਤੇ ਹੋਏ ਨੇ ਕਿ ਅਗਰ ਕਿਸੇ ਫੰਡਸ ਦੀ ਲੋੜ ਪਵੇ, ਅਜੇ ਤੱਕ ਸਾਨੂੰ ਲੋੜ ਨਹੀਂ ਪਈ, ਪਰ ਇਹੋ ਜਿਹੇ ਕਮਿਊਨਿਟੀ ਦੇ ਵਿੱਚ ਅਨੋਨਿਮਸ ਲੋਕ ਨੇ ਜਿਹੜੇ
ਗੁਪਤਾਨੀ ਨੇ, ਉਹ ਕਹਿੰਦੇ ਸਾਡਾ ਨਾਂ ਨਾ ਲਿਓ। ਉਹਨਾਂ ਕੋਲ ਅਸੀਂ ਪੈਸੇ ਤੇ ਨਹੀਂ ਲਏ, ਲੋੜ ਵੀ ਨਹੀਂ ਪਈ, ਪਰ ਇਹੋ ਜਿਹੇ ਜਨਰਸ ਲੋਕ ਬਾਹਰ ਕਮਿਊਨਿਟੀ 'ਚ ਬੈਠੇ ਨੇ ਜੀ। ਮੈਂ ਵਾਪਸ ਫਿਊਨਰਲ ਹੋਮ ਤੇ ਆਵਾਂ ਕਿ ਜਦੋਂ ਕੋਈ ਐਵੇਂ ਦੀ ਮੰਦਭਾਗੀ ਘਟਨਾ ਹੁੰਦੀ ਹੈ ਤੇ ਪਰਿਵਾਰ ਨਾਲ ਪਹੁੰਚਦੇ ਆ ਤਾਂ ਪਰਿਵਾਰ ਤੋਂ ਕਿਸ ਤਰ੍ਹਾਂ ਦੇ ਸਹਿਯੋਗ ਦੀ ਇਸ ਵਕਤ ਤੁਸੀਂ ਉਮੀਦ ਕਰਦੇ ਹੋ ਉਹਨਾਂ ਤੋਂ? ਪਰਿਵਾਰ ਇੱਕ ਤੇ ਇਸ ਗੱਲ ਨੂੰ ਉਹਨਾਂ ਵਾਸਤੇ ਸਮਝਣਾ ਮੁਸ਼ਕਲ ਹੈ ਜੀ ਕਿ ਇੱਥੇ ਹਰ ਗੱਲ ਜਿਹੜੀ ਕਾਇਦੇ ਕਾਨੂੰਨ ਦੇ ਨਾਲ ਹੋਣੀ ਹੈ। ਬਾਰ-ਬਾਰ ਸਾਡੇ ਦੱਸਣ ਤੇ ਵੀ ਫਿਰ ਵੀ ਉਹ ਸਾਨੂੰ ਕਈ ਵਾਰੀ ਕਿਸੇ ਮੰਤਰੀ ਕੋ ਜਾਂ ਮਿਨਿਸਟਰ ਕੋਲੋਂ ਫੋਨ ਜਾਂ ਕਿਸੇ ਹੋਰ ਸਾਡੇ ਨੇੜਲਿਆਂ ਕੋ ਫੋਨ ਕਰਾਉਣਗੇ, ਉਹਦੇ ਵਿੱਚ ਅਸੀਂ ਬਹੁਤਾ ਕੁਝ ਕਰ ਨਹੀਂ ਸਕਦੇ। ਸਾਡੀ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦਾ ਬੱਚੇ ਦੀ ਬੋਡੀ ਉੱਥੇ ਪਹੁੰਚ ਸਕੇ। ਉਹਨਾਂ ਵਾਸਤੇ ਸਮਝਣਾ ਮੁਸ਼ਕਲ ਹੈ ਜੀ। ਹੋ ਸਕਦਾ ਕਿ ਇੰਡੀਆ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਿਫਾਰਿਸ਼ ਕਰਕੇ ਫਾਸਟ ਟਰੈਕ ਹੋਵੇ। ਤੁਹਾਨੂੰ ਪਤਾ ਇੱਥੇ ਤੇ ਕੋਈ ਇਹੋ ਜਿਹੀ ਗੱਲ ਹੈ ਨਹੀਂ ਹੈ। ਸੋ ਅਸੀਂ ਉਹਨਾਂ ਦੇ ਦੁੱਖ ਦੇ ਵੀ ਸ਼ਰੀਕ ਹਾਂ। ਅਨਫੋਰਚੂਨੇਟਲੀ ਉਹਨਾਂ ਨੂੰ ਇਹ ਬੇਅਰ ਕਰਨਾ ਪੈਣਾ ਹੈ। ਉਹ ਫਿਰ ਮੈਂ ਪਰਸਨਲ ਨੰਬਰ ਉਹਨਾਂ ਨੂੰ ਦੇ ਦਿੰਦਾ ਜੀ। ਐਨੀ ਟਾਈਮ 24 ਆਵਰ ਇਫ ਯੂ ਵਾਂਟ ਟੂ ਟਾਕ ਟੂ ਮੀ। ਕਿਸੇ ਤਰ੍ਹਾਂ ਦਾ ਤੁਹਾਡੇ ਮਨ 'ਚ ਕੋਈ ਸਵਾਲ ਹੈ ਜਿਹਦਾ ਜਵਾਬ ਸਾਡੇ ਸਟਾਫ ਦੇ ਕੋਲੋਂ ਨਹੀਂ ਮਿਲਦਾ, ਤੁਸੀਂ ਮੈਨੂੰ ਆਪ ਕਾਲ ਕਰ ਲਓ ਜੀ। ਇਸ ਵੇਲੇ ਸਟਾਫ ਦੀ ਗੱਲ ਕਰੀਏ, ਤੁਹਾਡੇ ਇੱਥੇ ਬਰੈਂਪਟਨ ਦੇ ਵਿੱਚ ਕਿੰਨਾ ਕੁ ਸਟਾਫ ਮੈਂਬਰ ਹੈਗਾ ਜਿਹੜਾ ਸਾਰਿਆਂ ਨੂੰ ਅਟੈਂਡ ਕਰਦਾ ਹੈ ਤੇ ਕ੍ਰੀਮੇਟੋਰੀਅਮ ਲਈ ਕੀ ਕੋਈ ਸਪੈਸ਼ਲ ਕਿਸੇ ਤਰੀਕੇ ਦੀ ਪੜ੍ਹਾਈ ਦੀ ਜ਼ਰੂਰਤ ਹੁੰਦੀ ਹੈ? ਸਾਡੇ ਕੋਲ ਜਦੋਂ ਅਸੀਂ ਸ਼ੁਰੂ ਕੀਤਾ ਸੀ 2012 ਦੇ ਵਿੱਚ ਸਾਡੇ ਕੋਲ 21 ਪੰਜਾਬੀ ਹਿੰਦੀ ਸਪੀਕਿੰਗ ਫਿਊਨਰਲ ਡਾਇਰੈਕਟਰ ਸੀ। ਅੱਜ ਸਾਡੇ ਦੇ ਕੋਲ ਤਕਰੀਬਨ 10 ਬੱਚਿਆਂ ਨੇ ਆਪਣੇ ਨੇ ਜਿਹੜੇ ਕੈਨੇਡੀਅਨ ਬੋਰਨ ਨੇ, ਇੱਕ ਤੋਂ ਇੰਡੀਆ ਤੋਂ ਵੀ ਆਏ ਨੇ। ਉਹਨਾਂ ਨੇ ਆਪਣਾ ਲਾਇਸੈਂਸ ਲਏ ਨੇ। 2 ਸਾਲ ਦਾ ਡਿਗਰੀ ਕੋਰਸ ਹੈ ਜੀ ਹੰਬਰ ਕਾਲਜ ਦੇ ਵਿੱਚ। ਤੁਹਾਨੂੰ ਉੱਥੇ ਐਨਰੋਲਮੈਂਟ ਕਰਾਉਣੀ ਪੈਗੀ ਆਪਣੀ। 1 ਸਾਲ ਦੀ ਤੁਹਾਡੀ ਪੜ੍ਹਾਈ ਹੈ। 1 ਸਾਲ ਦੀ ਵੀ ਕਾਹਦੀ, ਹੁਣ ਤੇ ਮੇਰਾ ਖਿਆਲ ਆਨਲਾਈਨ ਹੀ ਹੈ, 5-6 ਮਹੀਨੇ ਦੀ ਹੁੰਦੀ ਹੈ। ਤੇ ਫਿਰ 1 ਸਾਲ ਦੀ ਅਪ੍ਰੈਂਟਿਸਸ਼ਿਪ ਹੈ ਫਿਊਨਰਲ ਹੋਮ ਦੇ ਵਿੱਚ। ਉਹ ਇੱਥੇ ਸਾਡੇ ਕੋਲ ਕਰ ਲੈਣ, ਕਿਤੇ ਹੋਰ ਕਰ ਲੈਣ। ਇਸ ਵੇਲੇ ਸਾਡੇ ਕੋਲ ਜਿਹੜਾ ਟੋਟਲ ਸਟਾਫ ਹੈ ਇਹ ਦੋਨਾਂ ਫਿਊਨਰਲ ਹੋਮਸ ਦੇ ਵਿੱਚ, ਏਜੈਕਸ ਤੇ ਬਰੈਂਪਟਨ ਦੇ ਵਿੱਚ, ਫੁੱਲ ਟਾਈਮ ਐਂਡ ਪਾਰਟ ਟਾਈਮ ਤਕਰੀਬਨ 25 ਦੇ ਕਰੀਬ ਹੈ। ਤੇ ਮੈਂ ਸਮਝਦਾ ਕਿ ਸਾਡੇ ਕੋਲ 12-13 ਫਿਊਨਰਲ ਡਾਇਰੈਕਟਰਸ ਨੇ ਜੀ, ਜਿਹੜੇ ਲਾਇਸੈਂਸ ਹੋਲਡਰ ਨੇ, ਜਿਹੜੇ ਐਮਬੋਮਰਸ ਨੇ। ਔਰ ਜਿਹੜਾ ਸਾਡਾ ਕ੍ਰੀਮੇਸ਼ਨ ਵਾਲੇ ਪਾਸੇ ਜਿਹੜੇ ਕ੍ਰੀਮੇਸ਼ਨ ਕਰਦੇ ਨੇ ਉਹਨਾਂ ਨੂੰ ਵੀ ਲਾਇਸੈਂਸ ਲੈਣਾ ਪੈਂਦਾ ਜੀ। ਉੱਥੇ ਵੀ ਸਾਡੇ ਕੋਲ 3 ਜਾਂ 4 ਸਟਾਫਰ ਉੱਥੇ ਵੀ ਨੇ। ਕੰਮ ਵੀ ਥੋੜਾ ਵੱਧ ਗਿਆ ਹੋਣਾ ਹੁਣ, ਹਰ ਚੀਜ਼ ਤੋਂ ਬਾਅਦ ਸੈਨੀਟਾਈਜੇਸ਼ਨ ਕਰਨੀ, ਸਾਰਾ ਕੁਝ ਪ੍ਰੋਪਰ ਕੰਮ ਤੇ ਬਹੁਤ ਵੱਧ ਗਿਆ ਜੀ। ਸੈਨੀਟੇਸ਼ਨ ਹੁੰਦੀ ਹੈ, ਉਹ ਚੇਅਰਾਂ ਚੇਂਜ ਕਰਨੀਆਂ ਪੈਂਦੀਆਂ, ਸਪਰੇਅ ਵਗੈਰਾ ਕਰਨੀ ਹੈ, ਸਿਕਿਉਰਿਟੀ ਹੈ, ਬਾਹਰ ਕਾਰਾਂ ਪਾਰਕ ਕਰਵਾਉਣੀਆਂ ਪੈਣੀਆਂ, ਲੋਕਾਂ ਨੂੰ ਕੰਟਰੋਲ ਕਰਨਾ। ਐਕਚੁਅਲੀ ਜੀ ਕੰਮ ਤੇ ਫਿਰ ਉਹ ਵਧ ਹੀ ਜਾਂਦਾ ਜੀ। ਬਿਲਕੁਲ। ਤੇ ਸਰ ਹੁਣ ਪ੍ਰੋਗਰਾਮ 'ਚ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਸਮਝਦਾ ਬੜੀ ਅੱਛੀ ਕਨਵਰਸੇਸ਼ਨ ਅੱਜ ਹੋਈ ਹੈ ਜੀ, ਤਰਨ ਹੋਣਾ ਨੇ ਕੀਤੀ ਹੈ। ਔਰ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਕਰਨਾ ਚਾਹੁੰਦੇ। ਇਹ ਤੁਹਾਡਾ ਮਨ ਵੀ ਦੁਖਦਾ ਹੈ, ਸਾਡਾ ਮਨ ਵੀ ਦੁਖਦਾ ਹੈ, ਪਰ ਫਿਰ ਤੁਸੀਂ ਜਾਣਨਾ ਵੀ ਚਾਹੁੰਦੇ ਹੋ। ਪਤਾ ਨਹੀਂ ਕਦੋਂ ਇਹ ਗੱਲ ਭਾਣਾ ਵਾਪਰ ਜਾਣਾ ਹੈ। ਤੇ ਪ੍ਰੋਪਰ ਇਨਫੋਰਮੇਸ਼ਨ ਤੁਹਾਡੇ ਕੋਲ ਜਿਹੜੀ ਹੋਣੀ ਚਾਹੀਦੀ ਹੈ। ਅਗਰ ਕਿਤੇ ਵੀ ਜਦੋਂ ਇਹੋ ਜਿਹੀ ਕੋਈ ਗੱਲ ਅਨਫੋਰਚੂਨੇਟ ਵਾਪਰ ਜਾਵੇ, ਸਭ ਤੋਂ ਪਹਿਲਾਂ ਤੁਸੀਂ ਆਪਣਾ ਲੋਕਲ ਜਿਹੜਾ ਤੁਹਾਡਾ ਫਿਊਨਰਲ ਹੋਮ ਹੈ ਉਹਦੇ ਨਾਲ ਤੁਸੀਂ ਜਾ ਕੇ ਪਹੁੰਚ ਕਰਨੀ ਹੈ। ਉੱਥੇ ਸਾਰੀ ਇਨਫੋਰਮੇਸ਼ਨ ਦੱਸਣੀ ਹੈ ਤੇ ਉਹ ਫਿਰ ਤੁਹਾਨੂੰ ਉਹ ਡਾਇਰੈਕਟ ਕਰਨਗੇ ਵੀ ਹੁਣ ਇਹਦਾ ਕਿੰਨਾ ਸਮਾਂ ਲੱਗਣਾ ਹੈ, ਕਿੰਨਾ ਖਰਚਾ ਹੈ, ਕੀ ਪ੍ਰੋਸੀਜਰ ਹੈ, ਤੇ ਤਾਂ ਕਿ ਫਿਰ ਅਸੀਂ ਪ੍ਰੋਪਰ ਜਿਹੜੀ ਹੈ ਨਾ ਇਹ ਤੁਹਾਨੂੰ ਇਨਫੋਰਮੇਸ਼ਨ ਦੇ ਸਕੀਏ। ਤੁਸੀਂ ਉਹ ਜਿਹੜੀਆਂ ਪਿੱਛੇ ਪਾਸ ਆਨ ਕਰ ਸਕੋ ਪਰਿਵਾਰ ਨੂੰ ਜਿਹੜਾ ਪਿੱਛੇ ਹੈ। ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਸ ਔਖੇ ਸਮੇਂ ਦੇ ਵਿੱਚ ਸਾਡੇ ਸਟਾਫ ਵੱਲੋਂ ਤੁਹਾਡੇ ਨਾਲ ਪੂਰਨ ਸਹਿਯੋਗ ਕੀਤਾ ਜਾਵੇ। ਜਾਣ ਵਾਲੇ ਬੰਦੇ ਨੂੰ ਪੁਰਾਣੀ ਨੂੰ ਅਸੀਂ ਮੋੜ ਕੇ ਤੇ ਨਹੀਂ ਲਿਆ ਸਕਦੇ, ਪਰ ਉਹਦੀ ਬਾਡੀ ਨੂੰ, ਉਹਦੀ ਮਿੱਟੀ ਨੂੰ ਸਾਂਭਣਾ ਸਤਿਕਾਰ ਦੇ ਨਾਲ, ਮਰਿਆਦਾ ਦੇ ਨਾਲ, ਇਹ ਸਾਡਾ ਫਰਜ਼ ਹੈ। ਸੋ ਮੇਰੀ ਬੇਨਤੀ ਅਖੀਰ ਦੇ ਵਿੱਚ ਮੈਂ ਬੇਨਤੀ ਵੀ ਕਰਨਾ ਚਾਹੁੰਦਾ, ਜਿਵੇਂ ਅਰਲੀ ਅਸੀਂ ਗੱਲ ਕੀਤੀ ਹੈ ਕਿ ਜਿਨ੍ਹਾਂ ਇਹ ਪਰਿਵਾਰਾਂ ਦੇ ਪਿਆਰਿਆਂ ਦੀਆਂ ਅਸਥੀਆਂ ਫੁੱਲ ਬਹੁਤ ਸਾਰੇ ਸਾਲਾਂ ਤੋਂ ਸਾਡੇ ਉੱਥੇ ਨੇ, ਪਲੀਜ਼ ਉਹਨਾਂ ਨੂੰ ਤੁਸੀਂ ਜਾ ਕੇ ਪਾਣੀ ਦੇ ਵਿੱਚ ਵਹਾ ਜਾਓ। ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤੇ ਤੁਸੀਂ ਸਾਨੂੰ ਇਜਾਜ਼ਤ ਦੇ ਦਿਓ। ਅਸੀਂ ਉਹਦੀਆਂ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਤੁਹਾਨੂੰ ਭੇਜ ਦੇਵਾਂਗੇ ਕਿ ਅਸੀਂ ਉਹਨਾਂ ਨੂੰ ਜਲ ਪ੍ਰਵਾਹ ਕਰਤਾ। ਇਹੀ ਮੇਰੀ ਆਖਰੀ ਬੇਨਤੀ। ਧੰਨਵਾਦ ਜੀ ਸਾਡੇ ਪ੍ਰੋਗਰਾਮ 'ਚ ਆਉਣ ਲਈ। ਥੈਂਕ ਯੂ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ। ਉਮੀਦ ਕਰਦੇ ਹਾਂ ਕਿ ਜੇਕਰ ਤੁਹਾਨੂੰ ਵੈਸੇ ਇਹ ਇੱਕ ਅਟਲ ਸੱਚਾਈ ਹੈ, ਇਸ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ। ਮਿਸਟਰ ਬਾਲ ਦੀਆਂ ਸੇਵਾਵਾਂ ਦੀ ਜ਼ਰੂਰਤ ਹੋਏ ਤਾਂ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।